का खालसा वाहिगुरू जी की फतेह। ए मन चंचला चतुराई किने ना पाया। ए चंचल मन चलाकियां दे नाल किसी ने भी आनंद हासिल नहीं किया है। चंचल मन की है, चलाकियां की ने, इनू असी समझण की कोशिश करनी है। हजूर कह रहे ने ए मन चंचला, ए चंचल मन, तो यदा मतलब है कि ये जिहड़ी पौड़ी है ये जदों असी पाठ करांगे समेत मेरे साडा मन उत्थे होना चाहिए है भी ये गल मन नूं कही जा रही है। मन उत्थे होया ही नहीं, जुबान पढ़ के अगे निकल जाएगी तो फिर वो मन नूं पता ही नहीं लगेगा भी आ गल मेरे ਲਈ कीती जा रही सी, मैनू कीती जा रही सी। वो चीज़ एबसेंट हो जाता जो मन इस चीज़ के विच। इस करके जो आवाज़ मन नूं मारी जा रही है ना, ए मन, ए चंचल मन, तू सुन इस गल नूं। किहड़ी गल नूं? चतुराई किने ना पाया। किसी ने भी चतुराई दे नाल, चलाकी दे नाल आनंद नहीं हासिल किया। असी गुरु ग्रंथ साहिब महाराज की बाणी नूं जदों पढ़ते हाँ तो उहदे विच मन दे लई कई थावां दे उत्ते उहनूं बड़ा चंगा भी मन्निया गया है, बड़ा चंगा भी कहा गया है। जिद्दां अगली ही पौड़ी आवेगी, ए मन प्यारिया, उत्थे मन नूं प्यारा भी कहा गया है। हुण इत्थे मन नूं चंचल भी कहा गया है। कई थावां दे उत्ते मन नूं इदां समझ लईए भी सतगुरु ने पंछी दे नाल भी तुलना दिती है। जो इत्थे भी पंक्तियां हैं ने, कबीर मन पंखी पयो उड उड दह दिस जाए, उन्होंने असी वेखते हाँ अगे। कई थावां दे उत्ते मन नूं वेखो खुटहर भी लिखिया है। वो कहते ने भी तेरा इन्ना ज़्यादा भरोसा नहीं है, वो जिन्ना चिर कहते भी खोते दे उत्ते भार ना लद्या होवे ते कदी इधर तुरिया फिरदा, कदी इधर तुरिया फिरदा, ਉਹਦੇ 'ਤੇ ਭਾਰ ਲੱਦ ਲਿਆ ਜਾਵੇ ਨਾ, ਆਪਣੇ ਆਪ ਹੀ ਖਲੋ ਜਾਂਦਾ, क्योंकि ਭਾਰ ही ਉਹਨੂੰ ਹਿੱਲਣ नहीं ਦਿੰਦਾ। फिर गुरु साहब कहते कदी कदी मन तू इदां ਦੀਆਂ ਹਰਕਤਾਂ ਕਰਦਾ, कदी कदी तू उस खोते वर्गा भी है। तो कदी वेखो किड्डी उच्ची अवस्था की गल कर दी है, मन तू जोत स्वरूप है, कि तू रब का रूप है। ਇਹਦਾ मतलब ਜਿਹੋ ਜਿਹਾ ਕਿਸੇ ਦਾ ਮਨ ਹੈ ਉਹ ਜੀ ਗੱਲ ਗੁਰੂ ਸਾਹਿਬ ਨੇ ਰੱਖ ਦਿੱਤੀ ਹੈ। ਇੱਕ ਦਾ ਜੋਤ ਸਰੂਪ ਮਨ ਹੈ, ਇੱਕ ਦਾ ਪੰਛੀ ਵਰਗਾ ਹੈ, ਇੱਕ ਦਾ ਉਹਦੇ ਤੋਂ ਵੀ ਨੀਵੇਂ ਲੈਵਲ ਦਾ ਹੈ। ਇਹਦਾ ਮਤਲਬ ਹੈ ਕਿ ਮਨ ਨੂੰ ਸੰਬੋਧਨ ਜਿਹੜਾ ਹੈ ਉਹ ਗੁਰਬਾਣੀ ਦੇ ਵਿੱਚ ਕਿੰਨੀਆਂ ਥਾਵਾਂ ਦੇ ਉੱਤੇ ਕੀਤਾ ਗਿਆ ਹੈ। ਹੁਣ ਇੱਥੇ ਚੰਚਲ ਸ਼ਬਦ ਆਇਆ ਹੈ। ਚੰਚਲ ਸ਼ਬਦ ਦਾ ਮਤਲਬ ਹੈ ਜਿਹੜਾ ਟਿਕਦਾ ਨਹੀਂ ਹੈ ਇੱਕ ਥਾਂ ਦੇ ਉੱਤੇ। ਇਹਦੀ ਸਭ ਤੋਂ ਨੇੜੇ ਦੀ ਉਦਾਹਰਣ ਵੇਖਣੀ ਹੋਵੇ ਨਾ ਤੇ ਸਾਡੀਆਂ ਅੱਖਾਂ ਨੇ। ਤੁਸੀਂ ਵੇਖੋ, ਚਲੋ ਮੈਂ ਤੇ ਕਿਉਂਕਿ ਬੋਲਦਾ ਪਿਆ ਹਾਂ ਤੇ ਮੈਂ ਸਾਰੇ ਪਾਸੇ ਧਿਆਨ ਰੱਖਦਾ ਹਾਂ। ਤੁਸੀਂ ਨੋਰਮਲੀ ਵੀ ਇਸ ਗੱਲ ਨੂੰ ਵੇਖ ਲੈਣਾ, ਸਾਡੀ ਨਿਗਾਹ ਇੱਕ ਥਾਂ ਦੇ ਉੱਤੇ 10 ਜਾਂ 15 ਸੈਕਿੰਡ ਤੋਂ ਵੱਧ ਨਹੀਂ ਖੜੀ ਹੁੰਦੀ, ਹਿੱਲ ਜਾਂਦੀ ਹੈ ਉਸੇ ਵੇਲੇ। ਔਰ ਜੇ ਨਿਗਾਹ ਟਿਕਾਉਣ ਦੀ ਕੋਸ਼ਿਸ਼ ਵੀ ਕਰਾਂਗੇ ਪ੍ਰੈਕਟਿਸ ਤੋਂ ਬਾਅਦ 'ਚ ਇਹ ਚੀਜ਼ ਆਉਣ ਵੀ ਲੱਗ ਪੈਂਦੀ ਹੈ। ਸਾਡੀਆਂ ਅੱਖਾਂ ਝਮਕਦੀਆਂ ਨੇ, ਵੇਖੋ ਆਪਣੇ ਆਪ। ਸਾਨੂੰ ਚੇਤਾ ਵੀ ਨਹੀਂ ਹੁੰਦਾ ਕਦੀ ਅਸੀਂ ਜ਼ਿੰਦਗੀ ਦੇ ਵਿੱਚ ਸੋਚਿਆ ਹੋਵੇ ਵੀ ਹੁਣ ਮੈਂ ਅੱਖ ਝਮਕਣੀ ਹੈ। ਆਪਣੇ ਆਪ ਹੀ ਹੋਈ ਜਾ ਰਿਹਾ, ਆਪਣੇ ਆਪ ਹੀ ਹੋਈ ਜਾ ਰਿਹਾ। ਇਹ ਜਿੱਦਾਂ ਇਹ ਆਪਣੇ ਆਪ ਹੋਈ ਜਾ ਰਿਹਾ ਨਾ, ਇੱਦਾਂ ਇੱਕ ਚੀਜ਼ ਸਾਡੇ ਅੰਦਰ ਵੀ ਹੋ ਰਹੀ ਹੈ, ਸਾਡੇ ਮਨ ਦੇ ਨਾਲ। ਮਨ ਹੁਣ ਇੱਥੇ ਸੀ ਤੇ ਦੂਸਰੇ ਵਾਰ ਪਤਾ ਨਹੀਂ ਕਿੱਥੇ ਚਲਾ ਗਿਆ। ਮੈਂ ਕੋਸ਼ਿਸ਼ ਕੀਤੀ ਉਹਨੂੰ ਬੰਨ੍ਹ ਕੇ ਲਿਆਉਣ ਦੀ ਵੀ ਇੱਥੇ ਬੈਠ, ਇਸ ਗੱਲ ਨੂੰ ਸੁਣ। पता ही नहीं लगा किहड़े वेले निकल गया, क्योंकि मन नूं दौड़न दे लई शरीर जिहड़ा है वो स्थान नहीं चाहिए। साडा शरीर है ना, इनू बाहर जाण दे लई थां चाहिदी है। असी आए हाँ घरों तो एक जगह कवर करके आए, एक पैंडा कवर करके आए हाँ। मन नूं हुण पैंडा कवर करन दी लोड़ नहीं है। ये मेरा होवे, तुहाडा होवे, इत्थे असी बैठे रवांगे, मन पता नहीं कित्थे चला जावे।
ਉਹਨੇ ਸਰੀਰ ਨੂੰ ਥੋੜ੍ਹਾ ਲੈ ਕੇ ਜਾਣਾ, ਉਹਨੇ ਤਾਂ ਇਕੱਲੇ ਨਹੀਂ ਚਲਾ ਜਾਣਾ, ਉਹਨੇ ਉੱਡ ਜਾਣਾ। ਔਰ ਇਸ ਕਰਕੇ ਗੁਰਬਾਣੀ ਨੇ ਉਹਨੂੰ ਇੱਦਾਂ ਵੀ ਕਿਹਾ ਹੈ ਵੀ ਭਾਈ ਕਈ ਵਾਰ ਤਾਂ ਇਹ ਮਨ ਇੰਨੀ ਉੱਚੀ ਅਵਸਥਾ ਦਾ ਹੋ ਜਾਂਦਾ ਹੈ ਵੀ ਇਸ ਮਨ ਦੇ ਉੱਤੇ ਹੈਰਾਨੀ ਹੋਣ ਲੱਗ ਪੈਂਦੀ ਵੀ ਇਹ ਮਨ ਇੰਨਾ ਨੇੜੇ ਹੈ ਰੱਬ ਦੇ, ਇੰਨੇ ਚੰਗੇ ਖਿਆਲ ਇਹਦੇ ਵਿੱਚ ਪੈਦਾ ਹੁੰਦੇ ਨੇ, ਇੰਨਾ ਸੇਵਾ ਕਰਨ ਨੂੰ ਇਹਦਾ ਮਨ ਲੱਗਾ ਪਿਆ ਹੈ। ਕਿਸੇ ਵੇਲੇ ਮਨ ਬੜੀ ਉੱਚੀ ਅਵਸਥਾ ਦੇ ਉੱਤੇ ਹੁੰਦਾ ਹੈ। ਉਹ ਜਿਵੇਂ ਇੱਕ ਗੱਲ ਕਹੀ ਜਾਂਦੀ ਹੁੰਦੀ ਨਾ ਕਿ ਕਿਸੇ ਵੇਲੇ ਬੰਦਾ ਇੰਨੀ ਇਮਾਨਦਾਰੀ ਦੇ ਵਿੱਚ ਜੀ ਰਿਹਾ ਹੋਵੇ ਵੀ ਉਹਦੇ ਕੋਲ ਭਾਵੇਂ ਇੰਨਾ ਮੌਕਾ ਹੋਵੇ ਵੀ ਇੱਕੋ ਵਾਰ ਇੰਨੀ ਠੱਗੀ ਮਾਰ ਲਵੇ ਵੀ ਸਾਰੀ ਜ਼ਿੰਦਗੀ ਬਹਿ ਕੇ ਰੋਟੀ ਖਾ ਸਕਦਾ, ਪਰ ਫਿਰ ਵੀ ਉਹ ਬੜੀ ਉੱਚੀ ਹਾਲਤ ਦੇ ਵਿੱਚ ਜੀ ਰਿਹਾ ਹੁੰਦਾ ਵੀ ਨਹੀਂ ਮੈਂ ਠੱਗੀ ਨਹੀਂ ਮਾਰਾਂਗਾ। ਉਦੋਂ ਮਨ ਬੜੀ ਉੱਚੀ ਹਾਲਤ ਦੇ ਵਿੱਚ ਹੁੰਦਾ ਅਤੇ ਬਾਅਦ ਦੇ ਵਿੱਚ ਉਹੀ ਬੰਦਾ ਭਾਵੇਂ 10 ਰੁਪਈਆਂ ਬਦਲੇ ਕਿਸੇ ਨਾਲ ਧੋਖਾ ਕਰ ਲਵੇ। ਇੱਕ ਵੇਲੇ ਇੰਨਾ ਉੱਚਾ ਚੜ੍ਹਿਆ ਮਨ ਹੋ ਸਕਦਾ ਅਗਲੇ ਪਲ ਦੇ ਵਿੱਚ ਇੰਨਾ ਡਿੱਗ ਪਵੇ ਵੀ ਆਪਣੇ ਆਪ 'ਤੇ ਵੀ ਸ਼ਰਮ ਆਉਣ ਲੱਗ ਪਏ ਵੀ ਆ ਮੇਰਾ ਹੀ ਮਨ ਹੈ, ਆ ਮੇਰਾ ਹੀ ਅੰਦਰ ਇੱਦਾਂ ਦੀ ਗੱਲ ਸੋਚਦਾ ਪਿਆ। ਗੁਰੂ ਨਾਨਕ ਸਾਹਿਬ ਨੇ ਇਹਨੂੰ ਇੱਦਾਂ ਕਿਹਾ ਹੈ, ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਜਿੱਦਾਂ ਲੋਭੀ ਕੋਈ ਜੀਵ ਹੋਵੇ ਨਾ, ਲਾਲਚੀ ਕੋਈ ਜੀਵ ਹੋਵੇ ਅਤੇ ਉਹਨੇ ਹਰ ਪਾਸੇ ਦੌੜਨਾ ਵੀ ਇੱਥੋਂ ਮੈਨੂੰ ਕੁਝ ਮਿਲ ਜਾਵੇ, ਇੱਥੋਂ ਮੈਨੂੰ ਕੁਝ ਮਿਲ ਜਾਵੇ। ਗੁਰੂ ਸਾਹਿਬ ਕਹਿੰਦੇ ਕਿਤੇ ਤਾਂ ਮਨ ਜਿਹੜਾ ਹੈ ਉਹ ਇੰਨਾ ਉੱਚਾ ਚੜ੍ਹਾ ਗਿਆ ਵੀ ਰੱਬ ਵਾਲੇ ਪਾਸੇ ਹੋ ਗਿਆ, ਸੇਵਾ ਵਾਲੇ ਪਾਸੇ ਹੋ ਗਿਆ, ਪਰ ਉਪਕਾਰ ਵਾਲੇ ਪਾਸੇ ਹੋ ਗਿਆ। ਕਿਤੇ ਇੰਨਾ ਨੀਵਾਂ ਹੋ ਗਿਆ, ਕਿਸੇ ਦੇ ਬਾਰੇ ਬੁਰਾ ਸੋਚੀ ਜਾ ਰਿਹਾ, ਕਿਸੇ ਦੀ ਨਿੰਦਾ ਕਰੀ ਜਾ ਰਿਹਾ, ਈਰਖਾ ਕਰੀ ਜਾ ਰਿਹਾ ਕਿਸੇ ਦੇ ਨਾਲ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਕਹਿੰਦੇ ਤੇ ਚਾਰੇ ਕੁੰਡਾਂ ਨੂੰ ਇੱਕ ਸੈਕਿੰਡ ਦੇ ਵਿੱਚ ਹੀ ਭਾਲ ਹੁੰਦਾ। ਇਹਨੂੰ ਛੋਟਾ ਜਿਹਾ ਵੇਖ ਲੈਣਾ ਤੁਸੀਂ ਧਿਆਨ ਦੇ ਕੇ, ਜੇ ਸਮਝੋਗੇ। ਅਸੀਂ ਕੁਝ ਚੀਜ਼ਾਂ ਦੇ ਨਾਮ ਗਿਣਾਉਣੇ ਸ਼ੁਰੂ ਕਰ ਦਈਏ ਨਾ, ਮਨ ਉਸੇ ਵੇਲੇ ਉੱਥੇ ਪਹੁੰਚ ਜਾਂਦਾ। ਮੈਂ ਤਾਂ ਵਾਰ-ਵਾਰ ਇਸ ਗੱਲ ਨੂੰ ਕਹਿੰਦਾ ਹੁੰਦਾ, ਮੈਂ ਕਹਾਂ ਜੀ ਤੁਹਾਡਾ ਘਰ, ਤਾਂ ਤੁਹਾਡਾ ਮਨ ਤੁਹਾਡੇ ਘਰ ਦੇ ਵਿੱਚ ਉਸੇ ਵੇਲੇ ਪਹੁੰਚ ਗਿਆ। ਮੈਂ ਕਹਾਂ ਮੇਰਾ ਘਰ, ਮੇਰਾ ਮਨ ਉਸੇ ਵੇਲੇ ਮੇਰੇ ਘਰ ਦੇ ਵਿੱਚ ਚਲਾ ਗਿਆ ਹੈ। ਮੈਂ ਤਾਂ ਇੱਥੇ ਬੈਠਾ ਹਾਂ, ਮਨ ਨੇ ਇੱਕ ਪਲ ਨਹੀਂ ਲਾਇਆ ਉੱਥੇ ਪਹੁੰਚਣ ਲੱਗੇ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ ਭਾਈ ਇਹ ਚੰਚਲ ਹੈ। ਔਰ ਜਿਨ੍ਹਾਂ ਬੰਦਿਆਂ ਨੂੰ ਆਪਣੇ ਮਨ ਦੇ ਬਾਰੇ ਨਹੀਂ ਨਾ ਪਤਾ ਵੀ ਮਨ ਕਿੱਥੇ ਖੇਡਦਾ ਪਿਆ ਹੈ, ਗੁਰੂ ਸਾਹਿਬ ਕਹਿੰਦੇ ਉਹ ਤਾਂ ਐਵੇਂ ਫੋਕੀਆਂ ਗੱਲਾਂ ਕਰਦੇ ਪਏ ਨੇ, ਹੋਰ ਕੁਝ ਵੀ ਨਹੀਂ ਹੈ। ਇਹਨੂੰ ਬੜੇ ਸਮਝ ਵਾਲੇ ਲੈਵਲ ਤੋਂ ਸੋਚਣਾ। ਭਾਵੇਂ ਅਸੀਂ ਪਾਠ ਕਰਦੇ ਹਾਂ ਅਤੇ ਭਾਵੇਂ ਅਸੀਂ ਕਿੱਦਾਂ ਦੀ ਜ਼ਿੰਦਗੀ ਜੀ ਰਹੇ ਹਾਂ। ਜਿਨ੍ਹਾਂ ਬੰਦਿਆਂ ਨੂੰ ਆਪਣੇ ਬਾਰੇ ਜਾਣਕਾਰੀ ਨਹੀਂ ਹੈ ਨਾ ਵੀ ਮੈਂ ਕਿੱਥੇ ਕਿਤੇ ਹਾਂ, ਮੈਂ ਨਹੀਂ ਕਹਿੰਦਾ ਕਿ ਅਸੀਂ ਸਾਰੇ ਸਾਧ ਸੰਤ ਬੈਠੇ ਹਾਂ, ਪਰ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਜਿਹਨੂੰ ਇਹ ਹੀ ਨਹੀਂ ਪਤਾ ਵੀ ਮੈਂ ਕਿੱਥੇ ਗਲਤ ਹਾਂ ਅਤੇ ਕਿੱਥੇ ਮੈਨੂੰ ਸਹੀ ਹੋਣਾ ਚਾਹੀਦਾ ਹੈ, ਉਹ ਗਲਤ ਸਹੀ ਨੂੰ ਕਿੱਦਾਂ ਸਹੀ ਕਰ ਲਵੇਗਾ? ਉਹ ਵਿਚਾਰਾ ਕੀ ਸੋਚੇਗਾ? ਮੈਨੂੰ ਲੱਗਦਾ ਵੀ ਮੈਂ ਬਿਲਕੁਲ ਸਹੀ ਹਾਂ। ਅੱਗੇ ਜਾ ਕੇ ਧਰਮ ਦੇ ਵਿੱਚ ਇੱਕ ਗੱਲ ਨੂੰ ਅਸੀਂ ਵੇਖਾਂਗੇ। ਜਦੋਂ ਮੈਨੂੰ ਲੱਗਦਾ ਹੀ ਨਹੀਂ ਵੀ ਮੈਂ ਗਲਤ ਹਾਂ, ਮੇਰੇ ਮਨ ਨੂੰ ਲੱਗਦਾ ਹੀ ਨਹੀਂ ਵੀ ਮੈਂ ਕਦੀ ਗਲਤ ਹੋ ਸਕਦਾ ਹਾਂ, ਅਤੇ ਮੈਂ ਸਹੀ ਕਿਵੇਂ ਹੋ ਸਕਦਾ ਹਾਂ? ਮੈਂ ਤਾਂ ਸਹੀ ਹੋਣ ਦੀ ਕੋਸ਼ਿਸ਼ ਹੀ ਨਹੀਂ ਕਰਾਂਗਾ ਨਾ ਫਿਰ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨਾਨਕ ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੈ ਗਿਆਨ ਹੈ। ਜਿਨ੍ਹਾਂ ਨੂੰ ਆਪਣੇ ਮਨ ਦਾ ਹੀ ਨਹੀਂ ਪਤਾ ਵੀ ਮਨ ਕਿੱਥੇ ਕਿਤੇ ਦੌੜਦਾ ਪਿਆ ਹੈ। ਕਦੀ ਕਦੀ ਇਸ ਚੀਜ਼ ਦੀ ਵੀ ਪ੍ਰੈਕਟਿਸ ਸਾਡੀ ਹੋਣੀ ਚਾਹੀਦੀ ਹੈ। ਸਾਨੂੰ ਪਤਾ ਲੱਗੇ ਵੀ ਸਾਡਾ ਮਨ ਸੋਚਦਾ ਕੀ ਪਿਆ ਹੈ। ਸਾਨੂੰ ਪਤਾ ਤਾਂ ਹੁੰਦਾ ਹੈ ਇਸ ਗੱਲ ਦਾ ਵੀ ਕੀ ਸੋਚਦਾ ਪਿਆ ਹੈ, ਪਰ ਅਸੀਂ ਨਾਲ ਤੁਰ ਪੈਂਦੇ ਹਾਂ ਇਸ ਮਨ ਦੇ। ਇਸ ਮਨ ਤੋਂ ਵੱਖਰਾ ਹੋ ਕੇ ਕਦੀ ਨਹੀਂ ਸੋਚ ਪਾਉਂਦੇ। ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਜਿਨ੍ਹਾਂ ਨੂੰ ਆਪਣੇ ਮਨ ਦਾ ਹੀ ਨਹੀਂ ਪਤਾ ਵੀ ਮਨ ਕਿੱਥੇ ਕਿਤੇ ਖੇਡੀ ਜਾ ਰਿਹਾ, ਕਿੱਧਰ ਦੌੜ ਗਿਆ, ਇਹਨੂੰ ਵਾਪਸ ਲੈ ਕੇ ਆਉਣਾ ਹੈ। ਨਾਨਕ ਸੇਕਿਆ ਕਥੈ ਗਿਆਨੇ। ਗੁਰੂ ਸਾਹਿਬ ਕਹਿੰਦੇ ਕਾਹਦੀਆਂ ਗੱਲਾਂ ਕਰੀ ਜਾ ਰਹੇ ਨੇ ਉਹ, ਜਿਨ੍ਹਾਂ ਨੂੰ ਆਪਣੇ ਬਾਰੇ ਨਹੀਂ ਪਤਾ। ਇਸ ਕਰਕੇ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਜਿਹੜਾ ਮਨ ਹੈ ਨਾ, ਇੱਕ ਥਾਂ 'ਤੇ ਨਹੀਂ ਟਿਕਦਾ। ਤੁਹਾਡੇ ਨਾਲ ਵੀ ਅਕਸਰ ਵਾਪਰਿਆ, ਸਾਡੇ ਨਾਲ ਵੀ ਅਕਸਰ ਵਾਪਰਦਾ। ਫਿਰ ਅੱਗੇ ਜਿਹੜੀ ਗੱਲ ਗੁਰੂ ਸਾਹਿਬ ਨੇ ਕੀਤੀ, ਚਤੁਰਾਈ ਕਿਨੈ ਨਾ ਪਾਇਆ। ਵੇਖੋ, ਇੱਕ ਹੁੰਦੀ ਹੈ ਚਤੁਰਾਈ, ਇੱਕ ਹੁੰਦੀ ਹੈ ਅਕਲ। ਇਹਨਾਂ ਦੋਵਾਂ ਗੱਲਾਂ ਦੇ ਵਿੱਚ ਗੁਰਮਤਿ ਫਰਕ ਕਰਦੀ ਹੈ। ਅਕਲ ਹੋਣੀ ਚਾਹੀਦੀ ਹੈ, ਚਤੁਰਾਈ ਨਹੀਂ ਹੋਣੀ ਚਾਹੀਦੀ। ਅਕਲ ਕੀ ਹੈ? ਗੁਰਬਾਣੀ ਦਾ ਪ੍ਰਮਾਣ ਹੈ, ਗੁਰ ਪ੍ਰਸਾਦ ਅਕਲ ਭਈ ਅਵਰੈ ਨਾਤਰ ਥਾ ਬੇਗਾਨਾ।
ਗੁਰੂ ਦੀ ਕਿਰਪਾ ਦੇ ਨਾਲ ਮੇਰੀ ਅਕਲ ਬਦਲ ਗਈ, ਨਹੀਂ ਤਾਂ ਮੈਂ ਬੇਗਿਆਨਾ ਹੀ ਤੁਰਿਆ ਫਿਰਦਾ ਸੀ। ਅਕਲ ਦਾ ਮਤਲਬ ਇਹ ਹੁੰਦਾ ਹੈ ਜਿਹਦੇ ਨਾਲ ਸਾਨੂੰ ਪੜ੍ਹਨਾ ਆਉਂਦਾ ਹੈ। ਅਕਲ ਦਾ ਮਤਲਬ ਹੁੰਦਾ ਜਿਹਦੇ ਨਾਲ ਸਾਨੂੰ ਰੋਟੀ ਪਾਣੀ ਕਮਾਉਣੀ ਆਉਂਦੀ ਹੈ। ਅਕਲ ਦਾ ਮਤਲਬ ਹੁੰਦਾ ਜਿਹਦੇ ਨਾਲ ਸਾਨੂੰ ਰੋਟੀ ਪਾਣੀ ਖਾਣਾ ਆਉਂਦਾ ਹੈ। ਅਕਲ ਦਾ ਮਤਲਬ ਹੁੰਦਾ ਜਿਹਦੇ ਨਾਲ ਸਾਨੂੰ ਸਮਾਜ ਦੇ ਵਿੱਚ ਵਿਚਰਨਾ ਆਉਂਦਾ ਹੈ। ਚਤੁਰਾਈ ਦਾ ਮਤਲਬ ਇਹ ਹੁੰਦਾ ਹੈ ਜਿਹਦੇ ਨਾਲ ਮੈਨੂੰ ਪੜ੍ਹਨਾ ਤਾਂ ਆਉਂਦਾ, ਪਰ ਪੜ੍ਹਨ ਦੇ ਨਾਲ ਨਕਲ ਮਾਰਨੀ ਵੀ ਆ ਜਾਂਦੀ ਹੈ। ਚਤੁਰਾਈ ਦਾ ਮਤਲਬ ਇਹ ਹੁੰਦਾ ਜਿਹਦੇ ਵਿੱਚ ਮੈਨੂੰ ਕੰਮ ਵੀ ਕਰਨਾ ਆਉਂਦਾ, ਪਰ ਨਾਲ ਦੇ ਨਾਲ ਧੋਖੇ ਕਰਨੇ ਵੀ ਆ ਜਾਂਦੇ ਨੇ, ਅਤੇ ਮੈਂ ਇੱਡੀ ਸਫਾਈ ਦੇ ਨਾਲ ਧੋਖੇ ਕਰਦਾ ਹਾਂ ਵੀ ਅਗਲੇ ਨੂੰ ਪਤਾ ਹੀ ਨਾ ਲੱਗੇ। ਇੱਥੇ ਆ ਕੇ ਚਤੁਰਾਈ ਸ਼ੁਰੂ ਹੋ ਜਾਂਦੀ ਹੈ। ਔਰ ਗੁਰਬਾਣੀ ਦੇ ਵਿੱਚ ਤੁਸੀਂ ਬੇਅੰਤ ਪ੍ਰਮਾਣ ਵੇਖੋਗੇ। ਗੁਰੂ ਸਾਹਿਬ ਨੇ ਤੇ ਜਪਜੀ ਸਾਹਿਬ ਦੇ ਵਿੱਚ ਇਸ ਗੱਲ ਨੂੰ ਕਹਿ ਦਿੱਤਾ ਨਾ ਵੀ ਭਾਈ ਜੇ ਸਿਆਣਪ ਜਾਂ ਚਤੁਰਾਈ ਇਹ ਸਿਰਫ ਇੱਦਾਂ ਦੀ ਹੈ ਵੀ ਜਿਹਦੇ ਨਾਲ ਲੋਕਾਂ ਨੂੰ ਹੀ ਠੱਗਿਆ ਜਾਵੇ ਅਤੇ ਕਿਸੇ ਵੀ ਕੰਮ ਨਹੀਂ, ਭਾਵੇਂ ਤੁਹਾਡੇ ਪੱਲੇ ਮੇਰੇ ਪੱਲੇ ਹਜ਼ਾਰਾਂ ਹੀ ਨੇ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਿੰਨੇ ਮਰਜ਼ੀਆਂ ਸਿਆਣਪਾਂ ਇਹੋ ਜਿਹੀਆਂ ਕਰੀ ਜਾਓ। ਇਹਨੂੰ ਅਸੀਂ ਗੁਰਬਾਣੀ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੁਰਬਾਣੀ ਦੇ ਵਿੱਚ ਚਤੁਰਾਈ ਕਿਹੜੀ ਗੱਲ ਨੂੰ ਕਿਹਾ ਗਿਆ। ਦੇਖੋ, ਦੋ ਤਰੀਕਿਆਂ ਦੇ ਨਾਲ ਅਸੀਂ ਧਾਰਮਿਕ ਕਰਮ ਕਰਦੇ ਹਾਂ। ਇੱਕ ਜਿਹੜਾ ਅੱਜ ਬਾਹਰ ਹੁਕਮ ਆਇਆ ਹੈ ਇਸ ਤਰੀਕੇ ਦੇ ਨਾਲ। ਦੂਸਰਾ ਤਰੀਕਾ ਜਿਹੜਾ ਹੈ ਉਹ ਹੈ ਸਾਡਾ, ਜਿਹਦੇ ਵਿੱਚ ਸ਼ਾਇਦ ਅਸੀਂ ਤੇ ਨਹੀਂ ਜਾਂ ਸਾਡੇ ਵਰਗੇ ਹੋਰ ਥੋੜ੍ਹੇ ਬਹੁਤੇ ਨਹੀਂ, ਪਰ ਕਿਤੇ ਨਾ ਕਿਤੇ ਬਹੁਤੇ ਲੋਕ ਜਦੋਂ ਧਰਮ ਨੂੰ ਲੋਕ ਲਾਜ ਦੇ ਕਰਕੇ ਨਿਭਾਉਂਦੇ ਨੇ ਨਾ ਵੀ ਮੈਂ ਧਰਮ ਕਮਾ ਰਿਹਾ, ਲੋਕੀ ਵੇਖਣ ਮੇਰੇ ਵੱਲ, ਮੈਂ ਸੇਵਾ ਕਰਾਂ, ਲੋਕੀ ਮੈਨੂੰ ਯਾਦ ਰੱਖਣ, ਲੋਕੀ ਮੇਰਾ ਨਾਂ ਲੈਣ, ਉਹ ਦੋ ਤਰੀਕਿਆਂ ਦੇ ਨਾਲ ਧਰਮ ਨਿਭਾਇਆ ਜਾਂਦਾ ਹੈ। ਮੈਂ ਫਿਰ ਬੇਨਤੀ ਕਰ ਦੇਵਾਂ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹੇ ਨੇ, ਹਮ ਅੰਧਲੇ ਅੰਧ ਬਿਖੈ ਬਿਖ ਰਾਤੇ ਕਿਉਂ ਚਾਲੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ। ਵੀ ਇੱਕ ਤਾਂ ਮਹਾਰਾਜ ਮੈਂ ਕੋਸ਼ਿਸ਼ ਕਰਦਾ ਹਾਂ ਵੀ ਇਹ ਮਨ ਤੇਰੇ ਰਸਤੇ ਦੇ ਉੱਤੇ ਚੱਲ ਪਵੇ। ਮੈਂ ਬੜੀ ਕੋਸ਼ਿਸ਼ ਕਰਦਾ ਹਾਂ ਵੀ ਜਿੱਦਾਂ ਦੀ ਜ਼ਿੰਦਗੀ ਤੁਸੀਂ ਕਹਿੰਦੇ ਜੇ ਮੈਂ ਉੱਦਾਂ ਦੀ ਜੀਣੀ ਸ਼ੁਰੂ ਕਰ ਦੇਵਾਂ। ਮੈਂ ਬਹੁਤ ਕੋਸ਼ਿਸ਼ ਕਰਦਾ ਹਾਂ ਵੀ ਜੋ ਗੁਰਬਾਣੀ ਕਹਿੰਦੀ ਹੈ ਉਹ ਮੇਰੀ ਜ਼ਿੰਦਗੀ ਦੇ ਵਿੱਚ ਆ ਜਾਵੇ, ਪਰ ਕੀ ਕਰਾਂ, ਸੱਚੇ ਪਾਤਸ਼ਾਹ ਵੱਸ ਨਹੀਂ ਚੱਲਦਾ। ਕਦੀ ਕਦੀ ਚੱਲਦਿਆਂ ਚੱਲਦਿਆਂ ਕਿੰਨੇ ਦਿਨ ਚੱਲਦੇ ਵੀ ਰਹੀਦਾ, ਫਿਰ ਇੱਕ ਦਿਨ ਇੱਦਾਂ ਦਾ ਆਉਂਦਾ ਹੈ ਸਾਰਾ ਹਿੱਲ ਕੇ ਰਹਿ ਜਾਂਦਾ। ਜਿੰਨੀ ਸਾਧਨਾ ਕੀਤੀ ਸਾਰੀ ਇੱਕੋ ਦਿਨ ਦੇ ਵਿੱਚ ਹੀ ਲਗਭਗ ਆਊਟ ਆਫ ਟਰੈਕ ਹੋ ਗਈ, ਖਤਮ ਹੋ ਗਈ। ਇੱਦਾਂ ਕਈ ਵਾਰ ਹੋਇਆ ਹੋਵੇਗਾ। ਔਰ ਜੇ ਨਹੀਂ ਹੋ ਰਿਹਾ ਤਾਂ ਮਤਲਬ ਅਸੀਂ ਅਜੇ ਮਨ ਦੇ ਲੈਵਲ 'ਤੇ ਜੀ ਨਹੀਂ ਰਹੇ। 4 ਦਿਨ ਵੇਖੋ ਮਨ ਕਿੰਨਾ ਧਰਮ ਵਾਲੇ ਪਾਸੇ ਆ ਗਿਆ, 5ਵੇਂ ਦਿਨ ਬਿਲਕੁਲ ਹੀ ਪਿੱਛੇ ਚਲਾ ਗਿਆ। ਗੁਰੂ ਸਾਹਿਬ ਕਹਿੰਦੇ ਨੇ ਵੀ ਅਸੀਂ ਚੱਲਦੇ ਤਾਂ ਹੈਗੇ ਹਾਂ, ਪਰ ਸੱਚੇ ਪਾਤਸ਼ਾਹ ਚੱਲਿਆ ਨਹੀਂ ਜਾਂਦਾ। ਇਹਦਾ ਮਤਲਬ ਸਾਡੀ ਭਾਵਨਾ ਗਲਤ ਨਹੀਂ ਹੈ, ਅਸੀਂ ਚੱਲਣਾ ਚਾਹੁੰਦੇ, ਅਸੀਂ ਤੁਰਨਾ ਚਾਹੁੰਦੇ। ਅਤੇ ਫਿਰ ਗੁਰੂ ਸਾਹਿਬ ਬੇਨਤੀ ਕਰ ਦਿੰਦੇ ਨੇ ਵੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ। ਉਹ ਆਪ ਹੀ ਆਪਣੇ ਪੱਲੇ ਦੇ ਨਾਲ ਜੋੜ ਕੇ ਅਤੇ ਸਾਨੂੰ ਆਪਣੇ ਰਸਤੇ ਦੇ ਉੱਤੇ ਤੋਰ ਲਵੇ। ਸਾਡੇ ਅੰਦਰ ਕੀ ਤਾਕਤ ਹੈ ਕਿ ਅਸੀਂ ਤੁਰ ਸਕੀਏ। ਇੱਕ ਇਹ ਤਰੀਕਾ ਹੈ ਵੀ ਸਾਡੇ ਕੋਲੋਂ ਚੱਲਿਆ ਨਹੀਂ ਜਾਂਦਾ, ਸਾਨੂੰ ਗੁਰੂ ਚਲਾ ਲਵੇ। ਇੱਕ ਉਹ ਨੇ ਜਿਨ੍ਹਾਂ ਦੇ ਕੋਲੋਂ ਚੱਲਿਆ ਨਹੀਂ ਜਾਂਦਾ, ਇੱਕ ਉਹ ਨੇ ਜਿਨ੍ਹਾਂ ਦੇ ਕੋਲੋਂ ਚੱਲਿਆ ਨਹੀਂ ਜਾਂਦਾ, ਪਰ ਉਹ ਬਹਾਨਾ ਇੱਦਾਂ ਦਾ ਬਣਾ ਰਹੇ ਵੀ ਅਸੀਂ ਤਾਂ ਚੱਲਦੇ ਪਏ ਹਾਂ, ਔਰ ਚੱਲਦੇ ਨਹੀਂ ਪਏ। ਉਹਨਾਂ ਨੂੰ ਲੱਗਦਾ ਵੀ ਅਸੀਂ ਦੌੜਦੇ ਪਏ ਇਸ ਰਸਤੇ ਦੇ ਉੱਤੇ। ਆਪਾਂ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚ ਉਹ ਗੱਲ ਪੜ੍ਹਦੇ ਹੁੰਦੇ ਆ ਨਾ ਤੁਸੀਂ, ਕਿਉਂਕਿ ਇਹ ਤਾਂ ਨੋਰਮਲ ਜਿਹੀਆਂ ਗੱਲਾਂ ਨੇ ਜਿਹੜੀਆਂ ਅਸੀਂ ਇੱਕ ਦੂਸਰੇ ਦੇ ਨਾਲ ਕਰਦੇ ਪਏ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਕਲਯੁਗੀ ਪਾਂਡੇ ਨੂੰ ਮਿਲਦੇ ਨੇ ਅਤੇ ਉਹਦੀ ਜਿਹੜੀ ਗਾਥਾ ਹੈ ਉਹ ਅਸੀਂ ਲਗਭਗ ਇਹੋ ਹੀ ਸਾਰਿਆਂ ਨੇ ਸੁਣੀ ਹੈ। ਜਦੋਂ ਆਪ ਜੀ ਨੇ ਸੁਣੀ ਹੈ ਇਹ ਗੱਲ, ਅਤੇ ਉਹ ਇਹ ਹੈ ਵੀ ਉਹ ਅੱਖਾਂ ਮੀਟ ਕੇ, ਅੱਖਾਂ ਬੰਦ ਕਰਕੇ ਲੋਕਾਂ ਨੂੰ ਕੀ ਕਹਿ ਰਿਹਾ, ਮੈਨੂੰ 3 ਲੋਕਾਂ ਦੇ ਦਰਸ਼ਨ ਹੁੰਦੇ ਨੇ। ਮਤਲਬ ਮੈਂ ਜ਼ਮੀਨ ਦੇ ਵਿੱਚ, ਆਕਾਸ਼ ਦੇ ਵਿੱਚ, ਆਹ ਧਰਤੀ ਦੇ ਉੱਤੇ ਕੀ ਵਾਪਰਦਾ ਪਿਆ ਹੈ ਮੈਂ ਸਾਰਾ ਕੁਝ ਦੱਸ ਸਕਦਾ। ਇਹੋ ਹੀ ਸੁਣਿਆ ਅਸੀਂ। ਹੁਣ ਬੋਲੀ ਜਾਵੇ, ਲੋਕੀ ਵੀ ਭੋਲੇ ਸੀ ਉਦੋਂ, ਲੋਕੀ ਯਕੀਨ ਕਰ ਲੈਂਦੇ ਸੀ ਵੀ ਵਾਕਿਆ ਇੱਥੇ ਬੈਠਾ ਹੈ, ਸੱਚ ਹੀ ਬੋਲਦਾ ਹੋਵੇਗਾ, ਝੂਠ ਤੇ ਬੋਲਦਾ ਨਹੀਂ ਹੋਵੇਗਾ। ਉਹ ਲੋਕੀ ਫਿਰ ਕੀ ਕਹਿੰਦੇ ਸੀ ਵੀ ਉਹਦੇ ਕਟੋਰੇ ਦੇ ਵਿੱਚ ਪੈਸੇ ਪਾਈ ਜਾਂਦੇ ਸੀ ਵੀ ਵਾਕਿਆ ਬਾਬਾ ਬੜਾ ਪਹੁੰਚਿਆ ਹੋਇਆ ਲੱਗਦਾ, ਜਿਹੜਾ ਇਹ ਕਹਿੰਦਾ ਵੀ ਮੈਨੂੰ ਸਾਰੇ ਕੁਝ ਦੇ ਦਰਸ਼ਨ ਹੋਈ ਜਾਂਦੇ ਨੇ। ਇਹ ਉਦਾਹਰਣ ਹੈ ਉਹਦੀ। ਸਾਡੇ ਨਾਲ ਵੇਖਿਓ ਕੀ ਕੀ ਵਾਪਰਦਾ ਸੀ, ਅੱਗੇ ਗੱਲ ਕਰਾਂਗੇ। ਹੁਣ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ ਕਿ ਉਹਦਾ ਜਿਹੜਾ ਉਹ ਕਟੋਰਾ ਹੈ, ਲੋਟਾ ਹੈ, ਉਹ ਚੁੱਕ ਕੇ ਅਤੇ ਉਹਦੇ ਪਿੱਛੇ ਰੱਖ ਦਿੱਤਾ।
ਗੁਰਬਾਣੀ ਦੀ ਜਿਹੜੀ ਸਾਖੀ ਹੈ ਨਾ, ਉਹ ਧਨਾਸਰੀ ਰਾਗ ਦਾ ਇਹ ਸ਼ਬਦ ਹੈ, ਕਾਲ ਨਾ ਹੀ ਜੋਗ ਨਾ ਹੀ ਸਤ ਕਾ ਢੱਬ, ਥਾਨਸਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ, ਕਲ ਮਹਿ ਰਾਮ ਨਾਮ ਸਾਰ, ਅੱਖੀ ਤਾਂ ਮੀਟੈ ਨਾਕ ਪਕੜੇ ਠੱਗਣ ਕੋ ਸੰਸਾਰ। ਗੁਰੂ ਸਾਹਿਬ ਕਹਿੰਦੇ ਇਹ ਅੱਖਾਂ ਵੀ ਮੀਟਦੇ ਨੇ, ਇਹ ਇੱਦਾਂ ਨੱਕ ਵੀ ਫੜ ਲੈਂਦੇ ਨੇ, ਤਰ੍ਹਾਂ ਤਰ੍ਹਾਂ ਦੇ ਆਸਣ ਵੀ ਕਰ ਲੈਂਦੇ ਨੇ, ਬੈਠਦੇ ਵੀ ਬੜੇ ਖਤਰਨਾਕ ਤਰੀਕੇ ਦੇ ਨਾਲ ਨੇ, ਜਿਨ੍ਹਾਂ ਦੇ ਤਰੀਕਿਆਂ ਦੇ ਨਾਲ ਲੋਕਾਂ ਦੇ ਕੋਲੋਂ ਬੈਠਾ ਨਹੀਂ ਜਾਂਦਾ। ਪਰ ਕਾਹਦੇ ਲਈ? ਠੱਗਣ ਕੋ ਸੰਸਾਰ। ਇਹਨਾਂ ਦਾ ਕੰਮ ਸਿਰਫ ਇਹ ਵੀ ਸੰਸਾਰ ਨੂੰ ਕਿੱਦਾਂ ਠੱਗਿਆ ਜਾਵੇ। ਉਹਦਾ ਲੋਟਾ ਚੁੱਕ ਕੇ ਤੇ ਮਹਾਰਾਜ ਨੇ ਪਿੱਛੇ ਰੱਖ ਦਿੱਤਾ। ਹੁਣ ਪਿੱਛੇ ਰੱਖਿਆ ਲੋਟਾ ਤੇ ਉਹ ਸਿੱਕਿਆਂ ਦੀ ਆਵਾਜ਼ ਆਉਣੀ ਬੰਦ ਹੋ ਗਈ। ਕਹਿੰਦੇ ਉਹ ਜਦੋਂ ਅੱਖਾਂ ਖੋਲ੍ਹੀਆਂ ਵੀ ਕੀ ਵਾਪਰਦਾ ਪਿਆ ਲਾਗੇ, ਲੋਕੀ ਵੀ ਤਾਂ ਕਿੰਨੇ ਇਕੱਠੇ ਹੋਏ ਸੀ ਨਾ ਉਸ ਤਮਾਸ਼ੇ ਨੂੰ ਵੇਖਣ ਦੇ ਲਈ ਵੀ ਇਹ ਕੀ ਵਾਪਰਦਾ ਪਿਆ। ਉਹਨੇ ਇੱਕ ਗੱਲ ਕਹੀ ਸੀ ਜੋ ਲਗਭਗ ਸਾਡੇ ਸਾਹਿਤ ਦੇ ਵਿੱਚ ਸੁਣਾਈ ਜਾਂਦੀ ਹੈ ਵੀ ਸੰਤਾਂ ਦੇ ਨਾਲ ਮਸ਼ਕਰੀ ਨਹੀਂ ਕਰੀਦੀ, ਮਤਲਬ ਇਹਨਾਂ ਨੂੰ ਮਖੌਲ ਨਹੀਂ ਕਰੀਦਾ, ਇਹਨਾਂ ਨੂੰ ਮਜ਼ਾਕ ਨਹੀਂ ਕਰੀਦਾ। ਇਹ ਇਹਨਾਂ ਲੋਕਾਂ ਨੇ ਡਰ ਹੀ ਇੱਦਾਂ ਦਾ ਪਾਇਆ ਹੋਇਆ ਵੀ ਜੇ ਮਜ਼ਾਕ ਕੀਤਾ ਤਾਂ ਕਿਤੇ ਸ਼ਰਾਬ ਹੀ ਨਾ ਦੇ ਦੇਣ। ਅਤੇ ਬੰਦਾ ਵਿਚਾਰਾ ਡਰਦਾ ਹੈ, ਉਹ ਸੋਚਦਾ ਵੀ ਛੱਡੋ ਪਰ ਇਹਨਾਂ ਨੂੰ ਕੀ ਮੂੰਹ ਲਾਉਣਾ, ਇਹਨਾਂ ਦੇ ਹਾਲ ਹੀ ਇੱਦਾਂ ਦੇ ਹੁੰਦੇ। ਉਹ ਬੰਦਾ ਡਰਦਾ ਹੈ। ਉਹ ਕਹਿੰਦੇ ਜੀ ਇਹਨਾਂ ਦੇ ਨਾਲ ਮਸ਼ਕਰੀ ਨਹੀਂ ਕਰੀਦੀ। ਅਤੇ ਮਹਾਰਾਜ ਕਹਿੰਦੇ ਵੀ ਬਾਬਾ ਜੀ ਤੁਸੀਂ ਤਾਂ ਇਹ ਕਹਿ ਰਹੇ ਸੀ ਵੀ ਤੁਹਾਨੂੰ ਤ੍ਰਿਲੋਕੀ ਦੇ ਦਰਸ਼ਨ ਹੋ ਰਹੇ ਜੀ, ਅਤੇ ਹੁਣ ਤੁਸੀਂ ਸਾਨੂੰ ਇਹ ਪੁੱਛਦੇ ਪਏ ਜੀ ਵੀ ਤੁਹਾਡਾ ਲੋਟਾ ਕਿੱਥੇ ਗਿਆ। ਲੋਟਾ ਤ੍ਰਿਲੋਕੀ ਦੇ ਵਿੱਚ ਹੀ ਕਿਤੇ ਪਿਆ ਹੈ, ਜਾਂ ਤਾਂ ਜ਼ਮੀਨ 'ਚ ਕਿਤੇ ਹੋਵੇਗਾ, ਜਾਂ ਆਕਾਸ਼ ਦੇ ਵਿੱਚ ਕਿਤੇ ਹੋਵੇਗਾ, ਜਾਂ ਧਰਤੀ 'ਤੇ ਕਿਤੇ ਹੋਵੇਗਾ। ਇਹਨਾਂ ਤਿੰਨਾਂ ਥਾਵਾਂ ਤੋਂ ਬਿਨਾਂ ਕਿੱਥੇ ਚਲਾ ਜਾਵੇਗਾ? ਇੱਥੇ ਹੀ ਕਿਤੇ ਹੋਵੇਗਾ। ਤੁਸੀਂ ਕਹਿੰਦੇ ਜੇ ਮੈਨੂੰ ਤ੍ਰਿਲੋਕੀ ਦੇ ਦਰਸ਼ਨ ਹੁੰਦੇ ਨੇ, ਜਿੱਥੇ ਦਰਸ਼ਨ ਹੋ ਰਹੇ ਨੇ ਤੁਸੀਂ ਤ੍ਰਿਲੋਕੀ ਦੇ ਵਿੱਚ ਕਿਤੇ ਵੇਖ ਲਓ, ਕਿਤੇ ਤਾਂ ਪਿਆ ਹੋਵੇਗਾ। ਮਹਾਰਾਜ ਨੇ ਅਸਲ ਦੇ ਵਿੱਚ ਉਹ ਲੋਕਾਂ ਨੂੰ ਸਮਝਾਉਣਾ ਸੀ। ਆਂਟ ਸੇਤੀ ਨਾਕ ਪਕੜੇ ਸੂਝਤੇ ਤ੍ਰੇਲੋ, ਤਿੰਨ ਲੋ ਮਗਰ ਪਾਛੈ ਕਛ ਨਾ ਸੂਝੈ ਇਹ ਪਦਮ ਅਲੋ। ਕਹਿੰਦੇ ਇਹਨਾਂ ਦੇ ਜੋ ਮਗਰ ਪਿਆ ਹੁੰਦਾ ਉਹਦੇ ਬਾਰੇ ਇਹਨਾਂ ਨੂੰ ਪਤਾ ਨਹੀਂ, ਪਰ ਇਹ ਲੋਕਾਂ ਨੂੰ ਇਹ ਕਹਿਣਗੇ ਸਾਨੂੰ ਸਾਰੀਆਂ ਚੀਜ਼ਾਂ ਦਾ ਪਤਾ, ਸਾਨੂੰ ਤੁਹਾਡੇ ਫਿਊਚਰ ਦਾ ਵੀ ਪਤਾ। ਕਿੰਨੇ ਲੋਕ ਜਿਹੜੇ ਨੇ ਫਿਊਚਰ ਪੁੱਛਣ ਜਾਂਦੇ ਨੇ, ਸਾਨੂੰ ਫਿਊਚਰ ਦੱਸੋ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ। ਗੁਰੂ ਕਿਰਪਾ ਕਰੇ ਇਹ ਸਟੱਡੀ ਹੈ, ਇਹ ਪੜ੍ਹਾਈ ਹੈ। ਜਿਹੜਾ ਪੜ੍ਹ ਜਾਂਦਾ ਹੈ ਲੋਕਾਂ ਨੂੰ ਲੱਗਦਾ ਵੀ ਇਹਨੇ ਖਰੇ ਸਾਰਾ ਫਿਊਚਰ ਆਪਣੇ ਹੱਥ ਦੇ ਵਿੱਚ ਹੀ ਰੱਖ ਲਿਆ ਹੈ। ਕੀ ਹਾਲ ਹੋ ਗਿਆ ਸਾਡੇ ਦੇਸ਼ ਦਾ 6-7 ਮਹੀਨਿਆਂ ਦੇ ਵਿੱਚ ਹੀ। ਬਿਮਾਰੀ ਨਾਲੋਂ ਵੱਧ ਲੋਕ ਬੇਰੁਜ਼ਗਾਰੀ ਕਰਕੇ ਕੰਗਾਲ ਹੋਣ ਨੂੰ ਫਿਰਦੇ ਨੇ। ਤੁਸੀਂ ਹਾਲ ਵੇਖੋ, ਕਿਸੇ ਨੇ ਬੋਲਿਆ ਵੀ ਆਹ ਚੀਜ਼ ਹੋ ਜਾਣੀ ਹੈ, ਕਿਸੇ ਨੂੰ ਨਹੀਂ ਸੀ ਪਤਾ, ਸੁਪਨਾ ਵੀ ਨਹੀਂ ਸੀ ਆਇਆ। ਕਾਰਨ ਕੀ ਹੈ? ਮਹਾਰਾਜ ਕਹਿੰਦੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਦੇ ਬਿਲਕੁਲ ਜੋ ਨੇੜੇ ਵਾਪਰਦਾ ਪਿਆ ਹੈ ਉਹਦੇ ਬਾਰੇ ਵੀ ਜਾਣਕਾਰੀ ਨਹੀਂ। ਪਰ ਲੋਕਾਂ ਦੇ ਵਿੱਚ ਕੀ ਇਹਨਾਂ ਨੇ ਪ੍ਰਚੰਡ ਕੀਤਾ ਹੋਇਆ, ਲੋਕਾਂ ਦੇ ਵਿੱਚ ਕੀ ਇਹਨਾਂ ਨੇ ਬੋਲਿਆ ਹੋਇਆ, ਸਾਨੂੰ ਤਾਂ ਸਾਰਾ ਕੁਝ ਹੀ ਪਤਾ। ਇਹਨੂੰ ਕੀ ਕਿਹਾ ਜਾਂਦਾ ਹੈ? ਇਹਨੂੰ ਕਿਹਾ ਜਾਂਦਾ ਹੈ ਚਤੁਰਾਈ, ਇਹਨੂੰ ਕਿਹਾ ਜਾਂਦਾ ਚਲਾਕੀ। ਹੁਣ ਇਹੋ ਜਿਹੀਆਂ ਚਲਾਕੀਆਂ ਮੰਨ ਲਓ ਮੈਂ ਆਪਣੇ ਜੀਵਨ ਦੇ ਵਿੱਚ ਕਰਦਾ ਪਿਆ ਵੀ ਲੋਕਾਂ ਨੂੰ ਕੁਝ ਨਾ ਪਤਾ ਲੱਗੇ ਮੇਰੇ ਬਾਰੇ, ਅਤੇ ਮੈਂ ਇਹੋ ਜਿਹੀਆਂ ਚਲਾਕੀਆਂ ਦੇ ਨਾਲ ਸੋਚਾਂ ਵੀ ਮੈਂ ਬੜੇ ਆਨੰਦ ਦੇ ਵਿੱਚ ਹਾਂ, ਮੈਂ ਬੜੀ ਮੌਜ ਦੇ ਵਿੱਚ ਹਾਂ। ਗੁਰੂ ਸਾਹਿਬ ਕਹਿੰਦੇ ਇਹ ਮਨ, ਇਹਨੂੰ ਸਮਝ, ਚਤਰਾਈਆਂ ਦੇ ਨਾਲ ਮਾਲਕ ਨਹੀਂ ਮਿਲਦਾ, ਇਹੋ ਜਿਹੀਆਂ ਚਲਾਕੀਆਂ ਨਾਲ ਤਾਂ ਬਿਲਕੁਲ ਨਹੀਂ ਮਿਲਦਾ ਜਿਹਦੇ ਵਿੱਚ ਮੈਂ ਇਹ ਸੋਚ ਕੇ ਬੈਠਾ। ਚਲੋ ਮੈਂ ਇੱਕ ਹੋਰ ਗੱਲ ਆਪ ਜੀ ਦੇ ਅੱਗੇ ਰੱਖ ਦੇਵਾਂ ਇਸੇ ਪਾਸੇ ਦੀ। ਦੇਖੋ ਗੁਰੂ ਨਾਨਕ ਦੇ ਘਰ ਦੇ ਨਾਲ ਜੁੜੇ ਹਾਂ ਅਤੇ ਸਾਡਾ ਫਰਜ਼ ਹੈ ਵੀ ਅਸੀਂ ਸੱਚ ਬੋਲੀਏ ਅਤੇ ਸੱਚ ਸੁਣਾਈਏ ਲੋਕਾਂ ਨੂੰ। ਜਦੋਂ ਮੇਰੇ ਮਨ ਦੇ ਵਿੱਚ ਇਹ ਖਿਆਲ ਆਵੇਗਾ ਨਾ, ਰਿਕਾਰਡਿੰਗ ਹੋ ਰਹੀ ਹੈ, ਮੈਂ ਇਸ ਗੱਲ ਤੋਂ ਗੁਰੇਜ਼ ਨਹੀਂ ਕਰਦਾ। ਤੁਸੀਂ ਸੰਗਤ ਦੇ ਵਿੱਚ ਬੈਠੇ ਹੋਏ ਜੇ, ਤੁਸੀਂ ਸਾਨੂੰ ਬਹੁਤ ਕੁਝ ਦਿੰਦੇ ਜੇ। ਚਲੋ ਮੈਂ ਆਪਣੀ ਗੱਲ ਹੀ ਕਰਾਂ, ਬਹੁਤ ਕੁਝ ਦਿੰਦੇ ਜੇ, ਹੈ ਨਾ। ਹੁਣ ਜੇ ਮੈਂ ਕਹਾਂ ਵੀ ਮੈਂ ਤੁਹਾਨੂੰ ਸੱਚ ਸੁਣਾਉਣਾ ਬੰਦ ਕਰ ਦੇਵਾਂ, ਘੱਟੋ ਘੱਟ ਜੋ ਸੱਚ ਹੈ, ਇੱਦਾਂ ਦਾ ਸੱਚ ਨਹੀਂ ਜਿਹੜਾ ਤੁਹਾਨੂੰ ਇਰੀਟੇਟ ਕਰਕੇ ਰੱਖ ਦੇਵੇ, ਇੱਦਾਂ ਦਾ ਸੱਚ ਨਹੀਂ, ਘੱਟੋ ਘੱਟ ਜਿਹੜਾ ਸੱਚ ਤੁਹਾਨੂੰ ਪਤਾ ਹੋਣਾ ਚਾਹੀਦਾ। ਅਤੇ ਮੈਂ ਇਹ ਸੋਚਾਂ ਵੀ ਇਹਨਾਂ ਨੂੰ ਇਹ ਜੇ ਸੁਣਾ ਦਿੱਤਾ ਜਾਂ ਇਹ ਗੱਲ ਸੁਣਾ ਦਿੱਤੀ ਅਤੇ ਕਿਤੇ ਨਾਰਾਜ਼ ਨਾ ਹੋ ਜਾਣ ਮੇਰੇ ਨਾਲ, ਅਤੇ ਫਿਰ ਕੀ ਪ੍ਰੋਬਲਮ ਹੋਏਗੀ। 3-4 ਦਿਨ ਮੇਰਾ ਧਿਆਨ ਪਤਾ ਕਿੰਨਾ ਵੱਲ ਜਾਵੇਗਾ? ਤੁਹਾਡੇ ਵੱਲ, ਵੀ ਤੁਸੀਂ ਮੈਨੂੰ ਕੁਝ ਦੇ ਰਹੇ ਜੇ, ਹਾਲਾਂਕਿ ਦੇ ਤੁਸੀਂ ਹੀ ਰਹੇ ਜੇ। ਪਰ ਹੁਣ ਜੋ ਮਿਲਦਾ ਪਿਆ ਨਾ, ਇਹ ਸੱਚ ਬੋਲਣ ਦੇ ਰੂਪ ਦੇ ਵਿੱਚ ਮਿਲਦਾ ਪਿਆ। ਇਹ ਬਾਅਦ ਦੇ ਵਿੱਚ ਵੀ ਮਿਲੇਗਾ, ਤਾਂ ਮਿਲੇਗਾ ਪਤਾ ਕਿਹਦੇ ਨਾਲ? ਚਲਾਕੀਆਂ ਦੇ ਰੂਪ ਦੇ ਵਿੱਚ ਮਿਲੇਗਾ, ਚਤੁਰਾਈਆਂ ਦੇ ਰੂਪ ਦੇ ਵਿੱਚ ਮਿਲੇਗਾ। ਅਤੇ ਇਹੋ ਜਿਹੀਆਂ ਚਲਾਕੀਆਂ ਚਤੁਰਾਈਆਂ ਦੇ ਨਾਲ ਇਕੱਠਾ ਕੀਤਾ ਹੋਇਆ ਜੋ ਕੁਝ ਵੀ ਹੈ ਨਾ, ਮਹਾਰਾਜ ਕਹਿੰਦੇ ਇੱਕ ਨਾ ਚੱਲੇ ਨਾਲ, ਇਹ ਇੱਕ ਵੀ ਨਹੀਂ ਨਾਲ ਜਾਣੀ। ਅੱਜ ਹੈ, ਕੱਲ੍ਹ ਨੂੰ ਪਤਾ ਨਹੀਂ ਇੱਥੋਂ ਖਿਲਰ ਜਾਵੇ, ਸਾਰਾ ਕੁਝ ਹੀ ਖਿਲਰ ਜਾਵੇ। ਦੇਖੋ ਕਿੰਨੀ ਦੁਨੀਆ ਹੈ, ਕਿਸੇ ਨੂੰ ਕੀ ਲੋੜ ਹੈ। ਮਹਾਰਾਜ ਮਿਹਰ ਕਰੇ, ਤੁਸੀਂ ਸਰਦਾਰਾਂ ਦੇ ਪਰਿਵਾਰ ਜੇ,
ਤੁਹਾਡੇ ਘਰਾਂ ਦੇ ਵਿੱਚ ਗੁਰੂ ਨਾਨਕ ਦੀ ਵਿਚਾਰਧਾਰਾ ਹੈ। ਮੈਂ ਤਾਂ ਕਹਿੰਦਾ ਦੇਖੋ, ਕੋਈ ਸਾਨੂੰ ਆ ਕੇ ਕਹਿ ਸਕਦਾ ਵੀ ਤੁਹਾਨੂੰ ਕੀ ਲੋੜ ਪਈ ਹੈ, ਤੁਸੀਂ ਸ਼ਰਾਧਾਂ ਦੇ ਖਿਲਾਫ ਬੋਲਦੇ ਪਏ ਜੀ। ਅਸੀਂ ਮੰਦਿਰ ਜਾ ਕੇ ਥੋੜ੍ਹਾ ਬੋਲਦੇ ਪਏ, ਅਸੀਂ ਗੁਰਦੁਆਰੇ ਬੋਲਦੇ ਪਏ, ਕਿਉਂਕਿ ਸਾਡੀ ਡਿਊਟੀ ਹੈ। ਉਹਦਾ ਕਾਰਨ ਇਹ ਹੈ, ਸਾਨੂੰ ਕੋਈ ਮਾਇਆ, ਸਾਨੂੰ ਕੋਈ ਪੈਸਾ ਇਸ ਗੱਲ ਦਾ ਵੀ ਦੇ ਸਕਦਾ ਹੈ। ਦੇਖੋ, ਜੇ ਮੈਂ ਇਹ ਸੋਚਦਾ ਹਾਂ ਨਾ ਵੀ ਜੇ ਮੈਂ ਇਹਨਾਂ ਦੇ ਖਿਲਾਫ ਬੋਲਦਾ ਹਾਂ ਜਾਂ ਇਹਨਾਂ ਨੂੰ ਇਹਨਾਂ ਕਰਮਾਂ ਤੋਂ ਰੋਕਦਾ ਹਾਂ ਅਤੇ ਜਿਹੜੇ ਇਹਨਾਂ ਨੇ ਪੈਸੇ ਦੇਣੇ ਨੇ ਮੈਨੂੰ ਨਹੀਂ ਦੇਣੇ, ਤਾਂ ਬੜੇ ਗੁਰੂ ਨਾਨਕ ਦੇ ਪਿਆਰੇ ਇੱਦਾਂ ਦੇ ਨੇ ਜਿਹੜੇ ਇਹ ਸੱਚ ਨੂੰ ਸੁਣ ਕੇ ਵੀ ਸਾਨੂੰ ਇਸ ਪਾਸੇ 'ਚ ਪੈਸੇ ਦੇ ਦੇਣਗੇ ਵੀ ਹਾਂ ਤੁਸੀਂ ਸੱਚ ਬੋਲਦੇ ਪਏ ਜੀ, ਤੁਸੀਂ ਹਿੰਮਤ ਕਰਦੇ ਪਏ ਜੀ। ਜੇ ਮੈਂ ਸਿਰਫ ਪੈਸੇ ਨੂੰ ਹੀ ਸੋਚਦਾ ਪਿਆ, ਪਰ ਮਨ ਦੀ ਚਤਰਾਈ ਬੜੀ ਖਤਰਨਾਕ ਚੀਜ਼ ਹੈ। ਮਨ ਪਤਾ ਕੀ ਕਹਿੰਦਾ ਹੈ? ਛੱਡ ਪਰਾਂ, ਨਾਰਾਜ਼ ਹੋ ਜਾਣਗੇ, ਛੱਡ ਪਰਾਂ, ਤੂੰ ਕਿਉਂ ਕਿਸੇ ਨੂੰ ਗੱਲ ਕਹਿੰਦਾ। ਮੈਂ ਆਪ ਜੀ ਦੇ ਨਾਲ ਇੱਕ ਗੱਲ ਸਾਂਝੀ ਕਰਾਂ, ਕਿਸੇ ਗ੍ਰੰਥੀ ਸਿੰਘ ਦੀ ਗੱਲ ਹੈ, ਕਿਉਂਕਿ ਇਹ ਚੀਜ਼ਾਂ ਲੁਕੀਆਂ ਰਹਿ ਜਾਂਦੀਆਂ ਨੇ, ਬਹੁਤੀ ਵਾਰ ਸਾਹਮਣੇ ਨਹੀਂ ਆਉਂਦੀਆਂ, ਪਰ ਮੈਂ ਦੱਸਦਾ ਹਾਂ ਕਿਉਂਕਿ ਧਾਰਮਿਕ ਚਤਰਾਈਆਂ ਨੂੰ ਅਸੀਂ ਸਮਝਦੇ ਪਏ ਹਾਂ। ਸਾਡੀ ਲਾਈਨ ਦੇ ਵਿੱਚ ਤਾਂ ਬੜੇ ਜਾਣੇ ਇੱਦਾਂ ਦੇ ਨੇ, ਮਿੰਟ ਲਾਉਂਦੇ ਨੇ ਝੂਠ ਬੋਲਣ ਲੱਗਿਆਂ। ਸੱਚ ਬੋਲੋ, ਮਾਲਕ ਸੱਚ ਬੋਲ ਕੇ ਵੀ ਬੜਾ ਕੁਝ ਦੇ ਦਿੰਦਾ। ਕਹਿੰਦਾ ਕਿ ਮੈਂ ਅਰਦਾਸ ਕਰਨੀ ਸੀ, ਤੁਸੀਂ ਅਕਸਰ ਆਉਂਦੇ ਜੇ, ਅਰਦਾਸ ਕਰਨੀ ਸੀ ਅਤੇ ਇੱਕ ਬੀਬੀ ਮੇਰੇ ਕੋਲ ਆਈ, ਉਹਦੇ ਬੱਚਾ ਹੋਣ ਵਾਲਾ ਸੀ ਅਤੇ ਉਹਨੇ ਅਰਦਾਸ ਦੇ ਵਿੱਚ ਕਹਿੰਦੀ ਵੀ ਇਹ ਅਰਦਾਸ ਕਰਿਓ ਵੀ ਮੇਰੇ ਘਰ ਦੇ ਵਿੱਚ ਬੇਟਾ ਹੋਵੇ। ਇਹ ਲੋਕਾਂ ਦੀ ਮੰਗ ਹੈ, ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਹੈ। ਅਰਦਾਸ ਕਰਿਓ ਮੇਰੇ ਘਰ ਦੇ ਵਿੱਚ ਬੇਟਾ ਹੋਵੇ। ਉਹ ਗ੍ਰੰਥੀ ਸਿੰਘ ਕਿਤੇ ਸਮਝ ਵਾਲਾ ਸੀ, ਚੰਗਾ ਸੀ। ਉਹ ਕਹਿੰਦਾ ਭੈਣੇ ਮੇਰੀ ਗੱਲ ਸੁਣ, ਇਹ ਅਰਦਾਸ ਤਾਂ ਮੈਂ ਕਰ ਨਹੀਂ ਸਕਦਾ ਵੀ ਤੇਰੇ ਘਰ ਦੇ ਵਿੱਚ ਬੇਟਾ ਹੋਵੇ। ਮੈਂ ਇੰਨੀ ਕੁ ਅਰਦਾਸ ਤਾਂ ਕਰ ਸਕਦਾ ਵੀ ਤੇਰੇ ਘਰ ਦੇ ਵਿੱਚ ਰੱਬ ਤੈਨੂੰ ਜਿਹੜਾ ਵੀ ਜੀਅ ਦਿੰਦਾ ਹੈ ਤੰਦਰੁਸਤੀ ਰਹੇ ਤੇਰੀ ਦੋਵਾਂ ਦੀ। ਮੈਂ ਇਹ ਅਰਦਾਸ ਤਾਂ ਕਰ ਸਕਦਾ। ਮੈਂ ਕੌਣ ਹੁੰਦਾ ਹਾਂ ਜਿਹੜਾ ਇਸ ਗੱਲ ਨੂੰ ਕਹਿਣ ਵਾਲਾ ਵੀ ਰੱਬਾ ਆਪਣਾ ਭਾਣਾ ਬਦਲ ਦੇ, ਜੋ ਮੈਂ ਚਾਹ ਰਿਹਾ ਉੱਦਾਂ ਹੋ ਜਾਵੇ। ਉਹ ਕਹਿੰਦਾ ਸੋਚ, ਤੂੰ ਵੀ ਤਾਂ ਬੇਟੀ ਹੈ, ਤੂੰ ਵੀ ਤਾਂ ਕਿਸੇ ਦੇ ਘਰ ਦੇ ਵਿੱਚ ਧੀ ਜੰਮੀ ਹੈ ਨਾ। ਜੇ ਤੂੰ ਸੋਚਦੀ ਹੈ ਵੀ ਤੇਰੇ ਘਰ ਧੀ ਨਾ ਹੋਵੇ, ਜੇ ਤੇਰੀ ਮਾਂ ਇਸ ਗੱਲ ਨੂੰ ਸੋਚਦੀ ਤਾਂ ਤੂੰ ਤਾਂ ਇੱਥੇ ਸੰਸਾਰ ਦੇ ਵਿੱਚ ਆਉਂਦੀ ਨਾ, ਫਿਰ ਤੇਰਾ ਤਾਂ ਜਨਮ ਹੀ ਨਾ ਹੁੰਦਾ। ਉਹ ਕਹਿੰਦੇ ਕਿਤੇ ਚਲੋ ਸਿਆਣੀ ਸੀ, ਉਹਦੇ ਦਿਮਾਗ ਦੇ ਵਿੱਚ ਗੱਲ ਪੈ ਗਈ। ਉਹ ਸਮਝ ਗਈ ਵੀ ਵਾਕਿਆ ਹੀ ਜੋ ਤੁਸੀਂ ਕਹਿ ਰਹੇ ਜੇ ਠੀਕ ਜੇ। ਕਈਆਂ ਦੇ ਦਿਮਾਗ ਦੇ ਵਿੱਚ ਛੇਤੀ ਗੱਲ ਪੈ ਜਾਂਦੀ, ਕਈਆਂ ਦੇ ਵਿੱਚ ਤਾਂ ਉਹ ਜ਼ਿਆਦਾ ਓਪੋਜ਼ਿਟ ਹੋ ਜਾਂਦੇ ਨੇ ਵੀ ਲੈ ਤੂੰ ਕੌਣ ਹੁੰਦਾ ਸਾਡੀ ਅਰਦਾਸ ਨਹੀਂ ਕਰਦਾ। ਉਹ ਕੀ ਹੋਇਆ ਕਿ ਉਹ ਕਹਿੰਦਾ ਮੈਂ ਗੱਲਬਾਤ ਕਰਕੇ ਅਤੇ ਵਾਪਸ ਆ ਗਿਆ ਅਤੇ ਇਹਨਾਂ ਮੈਨੂੰ 100 ਰੁਪਈਆ ਫੜਾ ਦਿੱਤਾ। ਇਹ ਮੈਂ ਇਸ ਕਰਕੇ ਨਹੀਂ ਸੁਣਾਉਂਦਾ ਵੀ ਮੈਂ ਪੈਸੇ ਦੀਆਂ ਗੱਲਾਂ ਕਦੀ ਨਹੀਂ ਕਰਦਾ ਹੁੰਦਾ। ਮਾਲਕ ਨੇ ਬਹੁਤ ਕੁਝ ਦਿੱਤਾ ਹੈ, ਹਰ ਕੋਈ ਦੇ ਰਿਹਾ ਹੈ। ਇਹ ਕਦੀ ਕਦੀ ਗੱਲ ਆ ਜਾਂਦੀ ਹੈ ਅਤੇ ਇਸ ਕਰਕੇ ਮੈਂ ਸੁਣਾ ਦਿੰਦਾ। ਇਹਨੂੰ ਪੈਸਿਆਂ ਵਾਲੇ ਪਾਸੇ ਤੋਂ ਬਿਲਕੁਲ ਨਾ ਸਮਝਿਓ, ਮਹਾਰਾਜ ਮਿਹਰ ਕਰੇ। ਅਤੇ ਉਹ ਕਹਿੰਦੀ ਵੀ ਉਹ ਕਹਿੰਦਾ ਮੈਂ ਕਿਹਾ ਵੀ ਇਸ ਪੈਸੇ ਦੀ ਕੀ ਲੋੜ ਹੈ ਮੈਨੂੰ, ਮੈਂ ਕਿਹੜਾ ਤੁਹਾਡੀ ਉੱਦਾਂ ਦੀ ਅਰਦਾਸ ਕੀਤੀ ਜਿਹੜੀ ਤੁਸੀਂ ਮੰਗ ਲੈ ਕੇ ਆਏ ਸੀ। ਉਹ ਕਹਿੰਦਾ ਅੱਗੋਂ ਭੈਣ ਪਤਾ ਕੀ ਕਹਿੰਦੀ ਹੈ ਵੀ ਇਹ ਮੈਂ ਅਰਦਾਸ ਦੇ ਪੈਸੇ ਨਹੀਂ ਦਿੱਤੇ, ਇਹ ਮੈਂ ਉਸ ਚੀਜ਼ ਦੇ ਪੈਸੇ ਦਿੱਤੇ ਜਿਹੜੀ ਮੈਨੂੰ ਮੱਤ ਦੇਤੀ ਹੈ ਜ਼ਿੰਦਗੀ ਦੀ, ਸਾਰੀ ਜ਼ਿੰਦਗੀ 'ਚ ਕੰਮ ਆਉਣ ਵਾਲੀ ਮੱਤ ਹੈ। ਜੇ ਉਹਦੀ ਉੱਦਾਂ ਦੀ ਅਰਦਾਸ ਕਰ ਦਿੰਦਾ 100 ਰੁਪਏ ਉਹਨੇ ਉਹ ਵੀ ਦੇ ਦੇਣੇ ਸੀ। ਉਹਨੇ ਗੱਲ ਖਾਨੇ 'ਚ ਪਾ ਦਿੱਤੀ ਹੈ, 100 ਰੁਪਏ ਉਹਨੇ ਤਾਂ ਵੀ ਦੇ ਦਿੱਤੇ ਨੇ। ਪਰ ਕੀ ਫਰਕ ਪੈ ਗਿਆ? ਬੰਦਾ ਗੁਰੂ ਨਾਨਕ ਦੀ ਨਿਗਾਹ ਦੇ ਵਿੱਚ ਸੱਚਾ ਹੋ ਗਿਆ ਵੀ ਬਾਬਾ ਮੈਂ ਤੇਰੀ ਗੱਲ ਲੋਕਾਂ ਦੇ ਵਿੱਚ ਕੀਤੀ ਹੈ। ਬੰਦਾ ਗੁਰੂ ਨਾਨਕ ਦੀ ਨਿਗਾਹ ਦੇ ਵਿੱਚ ਝੂਠਾ ਨਹੀਂ ਹੋਇਆ। ਜਿੱਦਣ ਬੰਦਾ ਬਾਬੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਨਿਗਾਹ ਦੇ ਵਿੱਚ ਝੂਠਾ ਹੋ ਜਾਂਦਾ ਨਾ, ਫਿਰ ਲੋਕਾਂ ਨੂੰ ਲੁੱਟਣ ਦੇ ਲਈ ਜਿੰਨੀਆਂ ਮਰਜ਼ੀ ਤਰੀਕੀਆਂ ਕਰ ਲਵੇ, ਲੋਕਾਂ ਨੂੰ ਲੁੱਟਣ ਦੇ ਲਈ ਜੋ ਮਰਜ਼ੀ ਜਾਲ ਬਣਾ ਲੇ, ਇੱਕ ਨਾ ਇੱਕ ਦਿਨ ਉਸੇ ਹੀ ਜਾਲ ਦੇ ਵਿੱਚ ਫਸੇਗਾ, ਉੱਥੇ ਹੀ ਖਤਮ ਹੋਵੇਗਾ। ਸਤਿਗੁਰੂ ਕੀ ਕਹਿ ਰਹੇ ਨੇ? ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਇਹੋ ਜਿਹੀਆਂ ਚਲਾਕੀਆਂ ਦੇ ਨਾਲ ਕਿੰਨੇ ਆਨੰਦ ਲੈ ਲਿਆ ਹੈ? ਕੋਈ ਨਹੀਂ ਆਨੰਦ ਲੈ ਸਕਦਾ। ਇੱਕ ਧਰਮ ਉਹ ਹੈ ਜਿਹੜਾ ਅਸੀਂ ਸਮਝਦੇ ਪਏ ਹਾਂ ਵੀ ਅਸੀਂ ਚੱਲਣਾ ਚਾਹੁੰਦੇ ਹਾਂ, ਪਰ ਮਹਾਰਾਜ ਚੱਲਿਆ ਨਹੀਂ ਜਾਂਦਾ। ਇੱਕ ਧਰਮ ਬਾਬੇ ਕਬੀਰ ਨੇ ਕਿਹਾ ਹੈ ਜਿਹੜਾ ਰਸੀਦਾਂ ਦਾ ਧਰਮ ਹੁੰਦਾ। ਤੁਸੀਂ ਵੇਖੋਗੇ ਉਹਨਾਂ ਲੋਕਾਂ ਦਾ ਕੀ ਮਕਸਦ ਹੈ। ਉਹਨਾਂ ਲੋਕਾਂ ਨੇ ਧਰਮ ਕਮਾਉਣਾ ਹੈ। ਦੇਖੋ ਤੁਸੀਂ ਵੀ ਤਾਂ ਸੇਵਾ ਕਰਦੇ ਜੇ ਗੁਰਦੁਆਰਿਆਂ ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚ ਆ ਕੇ ਸੇਵਾ ਕਰਦੇ ਜੇ, ਸ਼ਾਇਦ ਕੋਈ ਹੋਰ ਆ ਕੇ ਸੇਵਾ ਹੀ ਨਾ ਕਰੇ। ਤੁਸੀਂ ਕਦੀ ਇਸ ਚੀਜ਼ ਨੂੰ ਸੋਚ ਕੇ ਵੇਖਣਾ। ਪਰ ਕੁਝ ਬੰਦੇ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਦੀ ਸੇਵਾ ਦੇ ਵਿੱਚ ਇਹ ਭਾਵਨਾ ਜ਼ਿਆਦਾ ਹੁੰਦੀ ਹੈ ਵੀ ਚਲੋ ਅਸੀਂ ਸੇਵਾ ਤਾਂ ਕਰ ਦੇਵਾਂਗੇ, ਪਰ ਜੇ ਸਾਡਾ ਨਾਂ ਨਾ ਬੋਲਿਆ ਗਿਆ ਫਿਰ ਅਸੀਂ ਸਮਝ ਲਓ ਵੀ ਤੁਹਾਨੂੰ ਦੱਸਾਂਗੇ ਵੀ ਅਸੀਂ ਕੀ ਕਰ ਸਕਦੇ ਹਾਂ। ਗੁਰਦੁਆਰੇ ਤੋਂ ਨਾਰਾਜ਼, ਕੋਈ 100 ਰੁਪਈਆ ਦਿੱਤਾ ਹੁੰਦਾ, ਵਿੱਚੋਂ 50 ਦਾ ਸਰੋਪਾ ਵਾਪਸ ਲੈ ਕੇ ਚੱਲ ਜਾਂਦੇ ਨੇ। ਔਰ ਸੇਵਾਦਾਰ ਅਖਵਾਉਣ ਦਾ ਬੜੇ ਕਮਾਲ ਦਾ ਮਾਣ ਹੁੰਦਾ ਹੈ ਨਾ ਵੀ ਅਸੀਂ ਸੇਵਾ ਕੀਤੀ ਹੈ। ਨਾਮ ਅਤੇ ਬੜੀ ਬਖਸ਼ਿਸ਼ ਹੈ। ਤੁਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਬਦਲਾਅ ਵੇਖ ਲਿਆ ਹੈ, ਪ੍ਰਚਾਰ ਹੋ ਗਿਆ। ਨਹੀਂ ਤਾਂ ਗੁਰਦੁਆਰੇ ਦੇ ਪੱਖੇ ਦੇ ਪਰ 3 ਅਤੇ ਪਰਿਵਾਰ ਦੇ 4 ਮੈਂਬਰਾਂ ਦੇ ਨਾਮ 'ਤੇ ਲਿਖੇ ਹੁੰਦੇ ਸੀ। ਆਹ ਬੜੀ ਬਖਸ਼ਿਸ਼ ਹੈ। ਤੁਸੀਂ ਕਿਤੇ ਵੇਖੋਗੇ ਆ ਪੱਖੇ ਘੱਟ ਗਏ ਨੇ। ਆ ਪੁਰਾਣੇ ਗੁਰਦੁਆਰੇ 'ਚ ਕੀ ਹੁੰਦਾ ਸੀ ਜਦੋਂ ਪਹਿਲੇ ਪੱਖੇ ਲੱਗੇ ਹੁੰਦੇ ਸੀ?
ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਲਕੀ ਪਰਿਵਾਰਾਂ ਦੇ ਨਾਂ, ਪੱਥਰ ਦੀ ਪਾਲਕੀ, ਉਹ ਪੱਥਰ ਲੱਗਾ ਪਿਆ ਫਰਸ਼ ਦੇ, ਜਿਹੜਾ ਲੱਗਾ ਪਿਆ ਫਰਸ਼ 'ਤੇ ਸਾਰੇ ਟੱਬਰ ਦੇ ਨਾਂ। ਤੁਸੀਂ ਵੇਖੋ ਦਰਬਾਰ ਸਾਹਿਬ ਪੁਰਾਣਾ ਪੱਥਰ ਲੱਗਾ ਪਿਆ ਨਾ, ਉੱਥੇ ਵੇਖੋ ਕਿੰਨਿਆਂ ਦੇ ਨਾਮ ਲਿਖੇ ਪਏ ਨੇ। ਇਹ ਕੀ ਭਾਵਨਾ ਹੈ? ਇੱਕ ਪਾਸੇ ਅਸੀਂ ਕਹੀ ਜਾਂਦੇ ਹਾਂ ਵੀ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ, ਤਾਂ ਦੂਜੇ ਪਾਸੇ ਅਸੀਂ ਕਹਿ ਦਿੰਦੇ ਵੀ ਕਿਉਂ ਨਾ ਜਾਣੂਗਾ ਮੇਰਾ ਨਾਂ। ਮੈਂ ਦੱਸਾਂ ਨਹੀਂ ਸਾਰੀ ਦੁਨੀਆ ਨੂੰ। ਮਸਕੀਨ ਸਾਹਿਬ ਕਹਿੰਦੇ ਨੇ ਵੀ ਮੈਂ ਬਾਬੇ ਨੂੰ ਪੁੱਛਿਆ ਵੀ ਬਾਬਾ ਤੂੰ ਫਰਸ਼ 'ਤੇ ਕੀ ਲੱਭਦਾ ਫਿਰਦਾ? ਕਹਿੰਦਾ ਮੈਂ ਪਿਛਲੇ ਸਾਲ ਪੈਸੇ ਦੇ ਕੇ ਗਿਆ ਸੀ, ਮੈਂ ਵੇਖਦਾ ਪਿਆ ਵੀ ਇਹਨਾਂ ਪੱਥਰ 'ਤੇ ਨਾਂ ਲਿਖਿਆ ਮੇਰਾ ਕਿ ਨਹੀਂ। ਇਹ ਹਾਲ ਹੈ ਸਾਡਾ। ਅਸੀਂ ਬੜਾ ਕੁਝ ਬਦਲ ਲਿਆ, ਮੈਂ ਇਹ ਨਹੀਂ ਕਹਿੰਦਾ ਬਦਲਦਾ, ਪਰ ਇਹ ਚਲਾਕੀਆਂ ਨੇ ਧਾਰਮਿਕ ਦੁਨੀਆ 'ਚ, ਇਹਦੇ ਤੋਂ ਵੱਧ ਕੁਝ ਨਹੀਂ ਹੈ। ਕੀ ਮੈਂ ਵਿਖਾਵਾਂਗਾ ਪੂਰੇ ਯੂਨੀਵਰਸ ਦੇ ਵਿੱਚ? ਮੰਨ ਲਓ ਦਰਬਾਰ ਸਾਹਿਬ ਦੀ ਚਲੋ ਆਪਾਂ ਗੱਲ ਕਰ ਲਈਏ, ਲੱਖਾਂ ਸੰਗਤਾਂ ਆਉਂਦੀਆਂ ਨੇ, ਲੱਖਾਂ ਸੰਗਤਾਂ ਦੇ ਵਿੱਚੋਂ 1.5-2 ਇੰਚ ਦੇ ਥਾਂ ਦੇ ਉੱਤੇ ਮੇਰਾ ਇੱਕ ਨਾਮ ਲਿਖ ਦਿੱਤਾ ਗਿਆ ਵੀ ਫਲਾਣੇ ਨੇ ਸੇਵਾ ਕੀਤੀ ਹੈ। ਕੌਣ ਪੜ੍ਹੇਗਾ ਮੇਰਾ ਨਾਂ ਉੱਥੇ? ਕੌਣ ਪੜ੍ਹੇਗਾ? ਕੀ ਮਾਇਨੇ ਰੱਖਦਾ ਹੈ ਮੇਰਾ ਨਾਂ ਉੱਥੇ ਲਿਖਿਆ ਹੋਇਆ? ਕੋਈ ਮਾਇਨੇ ਨਹੀਂ ਰੱਖਦਾ, ਪਰ ਮੈਨੂੰ ਲੱਗਦਾ ਵੀ ਲਿਖਿਆ ਜਾਵੇ ਇੱਥੇ। ਚਲੋ ਇਹਨੂੰ ਇਸ ਪਾਸੇ ਤੋਂ ਸਮਝਣ ਦੀ ਕੋਸ਼ਿਸ਼ ਕਰੀਏ। ਬਾਬਾ ਕਬੀਰ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ, ਇਹਨੂੰ ਵੇਖਾਂਗੇ। ਕਹਿੰਦੇ ਨੇ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾ ਕੇ ਹਿਰਦੈ ਭਾਉ ਹੈ ਦੂਜਾ। ਜੇ ਮਨ ਦੇ ਵਿੱਚ ਅੱਖਾਂ ਇਸ ਕਰਕੇ ਬੰਦ ਨੇ ਨਾ ਵੀ ਮੈਂ 5 ਮਿੰਟ ਅੱਖਾਂ ਬੰਦ ਕਰਨੀਆਂ ਨੇ, ਜਿਹੜਾ ਕੋਈ ਗੁਰਦੁਆਰੇ ਆ ਰਿਹਾ ਹੈ ਵੇਖੇਗਾ ਵੀ ਉਹ ਜਿੱਦਾਂ ਦੀ ਇਹ ਅੱਖਾਂ ਬੰਦ ਕਰਕੇ ਭਗਤੀ ਕਰ ਲੈਂਦਾ ਹੈ, ਇੱਦਾਂ ਤਾਂ ਕੋਈ ਕਰ ਹੀ ਨਹੀਂ ਸਕਦਾ। ਜੇ ਇਸ ਕਰਕੇ ਸੇਵਾ ਹੋ ਰਹੀ ਹੈ ਵੀ ਲੋਕੀ ਮੈਨੂੰ ਵੇਖਣ, ਤੇ ਮੈਂ ਹੁਣ ਸੇਵਾ ਵਾਲੀ ਬਾਲਟੀ ਉਦੋਂ ਫੜਨੀ ਹੈ ਜਦੋਂ ਕੋਈ ਲੀਡਰ ਆ ਜਾਵੇ। ਸੇਵਾ ਵਾਲੀ ਬਾਲਟੀ ਉਦੋਂ ਫੜਾਂਗਾ ਜਦੋਂ 4-5 ਜਣੇ ਮੈਨੂੰ ਵੇਖਦੇ ਹੋਣ ਵੀ ਇਹ ਬੜੀ ਸੇਵਾ ਕਰਦਾ, ਉਸੇ ਵੇਲੇ ਉਹਨਾਂ ਨੇ ਮੂੰਹ ਭਰੇ ਕੀਤਾ, ਬਾਲਟੀ ਥੱਲੇ ਰੱਖ ਦਿੱਤੀ। ਬਾਬਾ ਕਬੀਰ ਕਹਿੰਦੇ ਇਹੋ ਜਿਹੀ ਸੇਵਾ ਕਰਕੇ ਕਿਹਨੂੰ ਖੁਸ਼ ਕਰਦੇ ਪਏ ਜੇ? ਇਹਦੇ ਚਤਰਾਈ ਹੈ ਰੱਬ ਦੇ ਘਰ ਦੇ ਵਿੱਚ, ਚਲਾਕੀ ਹੈ, ਤੁਸੀਂ ਖੇਡਦੇ ਪਏ ਜੇ। ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾ ਕੇ ਹਿਰਦੈ ਭਾਉ ਹੈ ਦੂਜਾ। ਰੇ ਜਨ ਮਨ ਮਾਧੋ ਸਿਉ ਲਾਈਆ, ਚਤੁਰਾਈ ਨਾ ਚਤੁਰ ਭੁਜ ਪਾਈ ਹੈ। ਕਹਿੰਦੇ ਚਤੁਰਾਈਆਂ ਦੇ ਨਾਲ ਮਾਲਕ ਨਹੀਂ ਮਿਲਦਾ। ਉੱਥੇ ਉਹਨਾਂ ਨੇ ਸ਼ਬਦ ਬੋਲਿਆ ਹੈ, ਪਰ ਹਰ ਲੋਭ ਅਰ ਲੋਕਾਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ। ਕਹਿੰਦੇ ਆਹ ਲੋਕਾਚਾਰੀ ਵਾਲੀ ਪੂਜਾ ਛੱਡ ਦਿਓ ਵੀ ਲੋਕ ਤੁਹਾਡੇ ਬਾਰੇ ਕੀ ਕਹਿਣਗੇ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਜਦੋਂ ਅਸੀਂ ਗੁਰਦੁਆਰੇ ਦੇ ਵਿੱਚ ਐਂਟਰ ਨਹੀਂ ਹੋਏ, ਅਸੀਂ ਜਿੰਨਿਆਂ ਦੇ ਨਾਲ ਮਰਜ਼ੀ ਖਲੋਤੇ ਹੋਏ ਹਾਂ ਉਹ ਅਲੱਗ ਗੱਲ ਹੈ। ਹੁਣ ਅਸੀਂ ਗੁਰਦੁਆਰੇ ਆ ਕੇ ਬੈਠ ਗਏ ਹਾਂ ਅਤੇ ਇਸ ਗੱਲ ਨੂੰ ਭੁੱਲ ਕੇ ਬੈਠੀਏ ਵੀ ਸਾਡੇ ਨੇੜੇ ਕੌਣ ਬੈਠਾ ਹੈ। ਹੁਣ ਧਿਆਨ ਸਿਰਫ ਸ਼ਬਦ ਦੇ ਵੱਲ ਹੋਣਾ ਚਾਹੀਦਾ। ਹੁਣ ਲੋਕ ਲਾਜ ਦੇ ਲਈ ਨਹੀਂ ਬੈਠਾ ਮੈਂ ਗੁਰਦੁਆਰੇ, ਹੁਣ ਮੈਂ ਸਿਰਫ ਆਪਣੇ ਮਨ ਲਈ ਅਤੇ ਆਪਣੇ ਲਈ ਬੈਠਾ ਹਾਂ, ਗੁਰੂ ਲਈ ਬੈਠਾ ਹੋਇਆ। ਹੁਣ ਇਹਦਾ ਮਤਲਬ ਇਹ ਨਹੀਂ ਹੈ ਲੋਕੀ ਮੇਰੇ ਬਾਰੇ ਕੀ ਕਹਿਣਗੇ, ਲੋਕੀ ਮੇਰੇ ਬਾਰੇ ਕੀ ਸੋਚਦੇ ਨੇ, ਕੀ ਕਰਤਾ, ਨਹੀਂ। ਦਾਤਾਰ ਕਹਿ ਰਹੇ ਨੇ ਪਰ ਹਰ ਲੋਭ ਅਰ ਲੋਕਾਚਾਰ, ਲਾਲਚ ਛੱਡ ਕੇ, ਲੋਕਾਚਾਰੀ ਦੀ ਸੇਵਾ ਛੱਡ ਕੇ, ਜਿਹਦੇ ਵਿੱਚ ਧਿਆਨ ਲੋਕਾਂ ਦੇ ਵੱਲ ਹੈ, ਇਹ ਚੀਜ਼ਾਂ ਛੱਡ ਕੇ। ਪਰ ਹਰ ਲੋਭ ਅਰ ਲੋਕਾਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ। ਕਰਮ ਕਰਤ ਬੱਧੇ ਅਹਮੇਵ, ਮਿਲ ਪਾਥਰ ਕੀ ਕਰਹੀ ਸੇਵ। ਕਰਮਾਂ ਦੇ ਵਿੱਚ ਬੱਝੇ ਪਏ ਨੇ, ਹੰਕਾਰ ਦੇ ਵਿੱਚ ਬੱਝੇ ਪਏ ਨੇ, ਕਰਕੇ ਕਰਮ ਹੰਕਾਰ ਕਰਕੇ ਨਾ ਉਹ ਬੱਝੇ ਪਏ ਨੇ। ਵੀ ਹਾਂ ਕਈਆਂ ਥਾਵਾਂ ਦੇ ਉੱਤੇ ਇਹ ਵੀ ਸੁਣਨ ਨੂੰ ਮਿਲਦਾ ਹੈ ਵੀ ਉਹ ਜਦੋਂ ਕਿਤੇ ਯਾਤਰਾ ਦੇ ਉੱਤੇ ਜਾਂਦੇ ਨੇ ਤਾਂ ਹਰ ਯਾਤਰਾ ਦੇ ਵਿੱਚ ਆਪਣੀ ਸਟੈਂਪ ਲਾਉਂਦੇ ਨੇ ਉੱਥੇ ਵੀ ਆਹ ਸਾਡੀ 10ਵੀਂ ਯਾਤਰਾ, ਆਹ ਸਾਡੀ 11ਵੀਂ ਯਾਤਰਾ। ਉਹ ਕਈਆਂ ਥਾਵਾਂ ਤੋਂ ਲੋਕ ਪਲੇਟਾਂ ਲਾ ਕੇ ਆਏ ਹੁੰਦੇ ਦਰਖਤਾਂ ਦੇ ਉੱਤੇ ਗੁਰਦੁਆਰਿਆਂ ਦੇ ਵਿੱਚ, ਤੁਸੀਂ ਕਿਤੇ ਜਾ ਕੇ ਵੇਖਿਓ, ਆਹ ਸਾਡੀ 18ਵੀਂ ਯਾਤਰਾ, ਆਹ ਸਾਡੀ 19ਵੀਂ ਯਾਤਰਾ। ਇਹ ਕੀ ਹੈ? ਕਰਮ ਕਰਤ, ਕਰਮ ਵੀ ਕਰੀ ਜਾਂਦੇ ਨੇ, ਬੱਧੇ ਅਹਮੇਵ, ਪਰ ਹੰਕਾਰ ਦੇ ਵਿੱਚ ਬੱਝੇ ਹੋਏ ਨੇ ਵੀ ਆਹ ਸਾਡਾ ਇੰਨਾ ਕੁਝ ਹੋ ਗਿਆ। ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿ ਰਹੇ ਨੇ ਭਾਈ ਜੇ ਆਨੰਦ ਲੈਣਾ ਹੈ ਨਾ ਤਾਂ ਇਹੋ ਜਿਹੀਆਂ ਚਲਾਕੀਆਂ ਨੂੰ ਛੱਡਣਾ ਪਵੇਗਾ, ਇਹੋ ਜਿਹੀਆਂ ਚਤਰਾਈਆਂ ਨੂੰ ਛੱਡਣਾ ਪਵੇਗਾ, ਜਿਸ ਚਤਰਾਈ ਦਾ ਮਤਲਬ ਹੀ ਇਹ ਹੋ ਰਿਹਾ ਹੈ ਮੈਂ ਲੋਕਾਂ ਨੂੰ ਠੱਗ ਲਵਾਂ, ਮੈਂ ਲੋਕਾਂ ਨੂੰ ਆਪਣੇ ਵੱਸ ਦੇ ਵਿੱਚ ਕਿੱਦਾਂ ਕਰ ਲਵਾਂ, ਮੈਂ ਲੋਕਾਂ ਨੂੰ ਆਪਣੇ ਵੱਲ ਕਿੱਦਾਂ ਖਿੱਚ ਲਵਾਂ। ਜਿੱਦਾਂ ਅੱਜ ਕੱਲ੍ਹ ਬੜਾ ਸੌਖਾ ਚੱਲਦਾ ਪਿਆ ਨਾ ਕੰਮ ਇਸ ਪਾਸੇ ਤੋਂ। ਇੱਕ ਸ਼ਬਦ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਤਿਲੰਗ ਰਾਗ ਦੇ ਵਿੱਚ ਹਜ਼ੂਰ ਕਹਿੰਦੇ ਨੇ ਆਮ ਕਰਕੇ ਜਿਹੜਾ ਚਾਤਰ ਬੰਦਾ ਹੁੰਦਾ ਨਾ, ਚਲਾਕ ਬੰਦਾ ਹੁੰਦਾ, ਵੇਖੋ ਅਕਲ ਹੋਣੀ ਚਾਹੀਦੀ ਹੈ। ਮੈਂ ਸ਼ੁਰੂ ਦੇ ਵਿੱਚ ਗੱਲ ਕਹੀ ਸੀ, ਸਮਝ ਹੋਣੀ ਚਾਹੀਦੀ ਹੈ, ਪਰ ਚਤੁਰਾਈ ਉਦੋਂ ਮਿਕਸ ਹੋ ਜਾਂਦੀ ਹੈ ਇਸ ਅਕਲ ਦੇ ਵਿੱਚ ਜਦੋਂ ਉਹਨੂੰ ਲੱਗਦਾ ਵੀ ਕਿਹੜਾ ਕਿਸੇ ਨੂੰ ਪਤਾ ਲੱਗਦਾ। ਅਕਲ ਹੈ ਇਸ ਗੱਲ ਦੀ ਡਾਕਟਰ ਨੂੰ ਸਾਰੇ ਮਰੀਜ਼ ਦਾ ਓਪਰੇਸ਼ਨ ਕਰਨਾ ਆਉਂਦਾ ਹੈ, ਅਸੀਂ ਨਹੀਂ ਕਰ ਸਕਦੇ। ਉਹਨੂੰ ਮਰੀਜ਼ ਨੂੰ ਦਵਾਈ ਦੇਣੀ ਆਉਂਦੀ ਹੈ ਵੀ ਇਹਨੂੰ ਕਿਹੜੀ ਬਿਮਾਰੀ ਹੈ। ਤੁਸੀਂ ਵੇਖੋ ਸਰਜਰੀ ਹੈ, ਕਿੰਨਾ ਸੌਖਾ ਸ਼ਬਦ ਹੈ ਨਾ ਸਾਡੇ ਲਈ। ਸੋਚ ਕੇ ਵੇਖੋ ਉਹਨੂੰ ਸਿੱਖਦਿਆਂ ਕਿੰਨੇ ਸਾਲ ਲੱਗ ਜਾਂਦੇ। ਐਵੇਂ ਥੋੜ੍ਹਾ ਵੀ ਉਹ ਸਾਈਕਲ ਦੇ ਪੈਂਚਰ ਲਾਉਣ ਵਾਂਗੂ ਫੜ ਕੇ ਜਿੰਨੇ ਮਰਜ਼ੀ ਖੋਲ੍ਹਤਾ ਤਾਂ ਕਰ ਦਿੱਤੇ। ਕਿੰਨੀ ਮਿਹਨਤ ਹੈ ਉਸ ਚੀਜ਼ ਦੇ ਪਿੱਛੇ, ਕਿੰਨੀ ਪੜ੍ਹਾਈ ਹੈ ਉਹਦੀ। ਇਹਦਾ ਮਤਲਬ ਉਹਦੀ ਅਕਲ ਹੈ ਵੀ ਉਹਨੇ ਉਹ ਚੀਜ਼ ਸਿੱਖ ਲਈ ਹੈ।
ਜਿੱਦਣ ਗੁਰਦੇ ਚੋਰੀ ਕਰਨ ਲੱਗ ਪੈਂਦਾ ਉਦੋਂ ਚਤੁਰਾਈ ਹੋ ਜਾਂਦੀ ਹੈ। ਜਿੱਦਣ ਅੰਗ ਚੋਰੀ ਕਰਨ ਲੱਗ ਪੈਂਦਾ ਨਾ ਉਦੋਂ ਉਹ ਚਤੁਰਾਈ ਬਣ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਅਕਲ ਹੋਣੀ ਚਾਹੀਦੀ ਹੈ, ਚਤੁਰਾਈ ਨਹੀਂ ਹੋਣੀ ਚਾਹੀਦੀ। ਮਹਾਰਾਜ ਮਿਹਰ ਕਰੇ ਸਾਡੇ ਅੰਦਰ ਅਕਲ ਹੋਵੇ, ਸਮਝ ਹੋਵੇ, ਪਰ ਜਦੋਂ ਪੜ੍ਹਾਈ ਚਤੁਰਾਈ ਬਣ ਜਾਂਦੀ ਹੈ ਨਾ, ਇਹ ਪੜ੍ਹਾਈ ਲੋਕਾਂ ਨਾਲ ਧੋਖੇ ਕਰਨ ਲੱਗ ਪੈਂਦੀ ਹੈ, ਇਹ ਠੱਗਣ ਲੱਗ ਪੈਂਦੀ ਹੈ ਲੋਕਾਂ ਨੂੰ ਵੀ ਸੱਚ ਨਾ ਸੁਣਾਓ। ਗੁਰੂ ਸਾਹਿਬ ਦਾ ਬਚਨ ਹੈ, ਭਾਈ ਗੁਰਦਾਸ ਸਾਹਿਬ ਦਾ, ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਇਹਦਾ ਮਤਲਬ ਕੀ ਹੈ ਵੀ ਪੈਸੇ ਲੈ ਲੈਂਦੇ ਨੇ ਅਤੇ ਸੱਚ ਬੋਲਣਾ ਬੰਦ ਕਰ ਦਿੰਦੇ। ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਨੇ, ਨਿਤ ਨੇਫਲ ਕਰਮ ਕਮਾਏ ਬਫਾਵੇ ਦੁਰਮਤੀਆ, ਜਬ ਆਣੈ ਬਲਵੰਚ ਕਰ ਝੂਠ ਤਬ ਜਾਣੈ ਜਗ ਜਿੱਤੀਆ। ਆਮ ਲੋਕਾਂ ਦੀ ਹਾਲਤ, ਕਿਸੇ ਨਾਲ ਠੱਗੀ ਮਾਰ ਕੇ, ਇੱਥੇ ਤਾਂ ਬੜਾ ਸੌਖਾ ਹੈ। ਚਲੋ ਨੇੜੇ ਦੀ ਗੱਲ ਹੀ ਵੇਖ ਲਈਏ, ਤੁਹਾਨੂੰ ਵੀ ਪਤਾ ਸੀ 10 ਦੇ ਸਿੱਕੇ ਕਿੰਨੇ ਨਕਲੀ ਚੱਲੇ। ਔਰ ਵੇਖੋ ਹਰ ਇੱਕ ਬੰਦੇ ਨੂੰ ਜਦੋਂ ਪਤਾ ਲੱਗ ਗਿਆ ਨਾ ਵੀ ਆਹ ਅਸਲੀ ਹੈ ਅਤੇ ਆਹ ਨਕਲੀ ਹੈ, ਉਹਨੇ ਪਹਿਚਾਨਣ ਦੀ ਕੋਸ਼ਿਸ਼ ਕੀਤੀ। ਸਾਨੂੰ ਸਮਝ ਲੱਗੀ ਵੀ ਆਹ ਅਸਲੀ ਹੈ ਅਤੇ ਨਕਲੀ ਹੈ। ਉਸ ਬੰਦੇ ਦੀ ਚਤੁਰਾਈ ਵੇਖੋ, ਉਹਨੇ ਬਣਾਏ ਵੀ ਨਕਲੀ ਨੇ ਅਤੇ ਨਿਸ਼ਾਨੀਆਂ ਵੀ ਰੱਖੀਆਂ ਨੇ ਵੀ ਇਹ ਨਕਲੀ ਹੈ। ਕਿੰਨੇ ਨੋਟ ਨੇ ਇੱਥੇ ਇਸੇ ਸ਼ਹਿਰ ਦੇ ਵਿੱਚ ਤੁਰੇ ਫਿਰਦੇ ਨੇ। ਤੁਸੀਂ ਵੇਖੋ ਵੱਡੀਆਂ ਰਕਮਾਂ ਦੇ ਵਿੱਚ ਅਕਸਰ ਇਹ ਚੀਜ਼ਾਂ ਨਿਕਲ ਆਉਂਦੀਆਂ ਨੇ। ਔਰ ਨੋਰਮਲ ਜੀ ਗੱਲ ਲੱਗੀ ਸਾਨੂੰ, ਇਹ ਕੀ ਹੈ? ਇਹ ਚਤੁਰਾਈਆਂ ਨੇ, ਚਲਾਕੀਆਂ ਨੇ। ਬੰਦਾ ਆਪਣੇ ਪਰਿਵਾਰ ਲਈ ਕਰੀ ਜਾਵੇ, ਜਿਹਦੇ ਲਈ ਮਰਜ਼ੀ ਕਰੀ ਜਾਵੇ। ਦਾਤਾਰ ਕੀ ਕਹਿ ਰਹੇ ਨੇ, ਨਿਤ ਨੇਫਲ ਕਰਮ ਕਮਾਏ ਬਫਾਵੇ ਦੁਰਮਤੀਆ, ਜਬ ਆਣੈ ਬਲਵੰਚ ਕਰ ਝੂਠ ਤਬ ਜਾਣੈ ਜਗ ਜਿੱਤੀਆ। ਜਦੋਂ 50 ਲੋਕਾਂ ਨਾਲ ਠੱਗੀਆਂ ਮਾਰ ਕੇ ਧੋਖੇ ਕਰ ਕਰਕੇ ਆ ਜਾਂਦਾ ਨਾ, ਅਤੇ ਆਪਣੀਆਂ ਗੱਪਾਂ ਬੜੀਆਂ ਵੱਡੀਆਂ ਕਰਕੇ ਸੁਣਾਉਂਦਾ ਲੋਕਾਂ ਨੂੰ, ਉਹਨੂੰ ਮੈਂ ਇੱਦਾਂ ਠੱਗਿਆ, ਉਹਨੂੰ ਮੈਂ ਇੱਦਾਂ ਲੁੱਟਿਆ। ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਨੇ, ਐਸਾ ਬਾਜੀ ਸੰਸਾਰ ਨਾ ਚੇਤੈ ਹਰ ਨਾਮਾ, ਖਿਨ ਮੈਂ ਬਿਨਸੈ ਸਭ ਝੂਠ ਮੇਰੇ ਮਨ ਧਿਆਏ ਰਾਮਾ। ਇਹ ਮਨ ਜਿੰਨੀਆਂ ਮਰਜ਼ੀ ਠੱਗੀਆਂ ਮਾਰ ਲਾ, ਇੱਕੋ ਸੈਕਿੰਡ ਦੇ ਵਿੱਚ ਤੇਰਾ ਸਾਰਾ ਕੁਝ ਤੇਰੇ ਸਾਹਮਣੇ ਖਤਮ ਹੋ ਜਾਣਾ। ਉਸ ਚੀਜ਼ ਨੂੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਮਝਾ ਰਹੇ ਨੇ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਭਾਈ ਫਜ਼ੂਲ ਦੀਆਂ ਚਤੁਰਾਈਆਂ ਛੱਡ, ਬੱਚੇ ਵਰਗਾ ਹੋਣ ਦੀ ਕੋਸ਼ਿਸ਼ ਕਰ। ਬੱਚੇ ਦੇ ਅੰਦਰ ਚਲਾਕੀਆਂ ਘੱਟ ਹੁੰਦੀਆਂ ਨੇ, ਕਪਟ ਘੱਟ ਹੁੰਦਾ ਹੈ, ਧੋਖਾ ਘੱਟ ਹੁੰਦਾ ਹੈ। ਫਿਰ ਅਗਲੀ ਪੰਕਤੀ ਹੈ, ਸਤਿਗੁਰੂ ਕਹਿੰਦੇ, ਚਤੁਰਾਈ ਨਾ ਪਾਇਆ ਕਿਨੈ, ਕਿਸੇ ਨੇ ਵੀ ਚਤੁਰਾਈ ਦੇ ਨਾਲ ਮਾਲਕ ਨੂੰ ਨਹੀਂ ਪਾਇਆ। ਤੂੰ ਸੁਣ ਮਨ ਮੇਰਿਆ, ਐ ਮੇਰੇ ਮਨ ਤੂੰ ਸੁਣ ਇਸ ਗੱਲ ਨੂੰ। ਫਿਰ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਇੰਨੀ ਮੋਹਣ ਵਾਲੀ ਹੈ, ਅਸੀਂ ਜੋ ਕੁਝ ਕਰਦੇ ਹਾਂ, ਮਾਇਆ ਦਾ ਮਤਲਬ ਇਕੱਲਾ ਪੈਸਾ ਨਹੀਂ ਹੈ। ਮਾਇਆ ਦਾ ਮਤਲਬ ਹੈ ਅੱਜ ਜਿਹੜੀ ਅਸੀਂ ਆਪਣੀ ਦੁਨੀਆ ਬਣਾਈ ਹੋਈ ਨਾ, ਆਪਣੀ ਜ਼ਿੰਦਗੀ ਜੀ ਰਹੇ ਹਾਂ, ਇਹਦੇ ਵਿੱਚ ਸਾਨੂੰ ਲੱਗਦਾ ਵੀ ਮੈਂ ਜੋ ਕਰਦਾ ਪਿਆ ਤਾਂ ਠੀਕ ਹੀ ਕਰਦਾ ਪਿਆ, ਜੋ ਮੈਂ ਕਰਦਾ ਹਾਂ ਉਹ ਠੀਕ ਕਰਦਾ ਪਿਆ। ਫਿਰ ਮੈਂ ਚਤੁਰਾਈ ਵੀ ਕਰਾਂ ਅਤੇ ਚਤੁਰਾਈ ਵੀ ਠੀਕ ਲੱਗਦੀ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਇਹ ਮਾਇਆ ਹੈ ਹੀ ਇੱਦਾਂ ਦੀ ਹੈ, ਇਹਨੇ ਭਰਮ ਦੇ ਵਿੱਚ ਪਾ ਦਿੱਤਾ ਹੈ ਵੀ ਮੈਂ ਜੋ ਕਰਦਾ ਪਿਆ ਹਾਂ ਮੈਂ ਠੀਕ ਕਰਦਾ ਪਿਆ ਹਾਂ, ਭਾਵੇਂ ਉਹ ਗਲਤੀ ਹੋਵੇ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਨ ਠਗੌਲੀ ਪਾਈ ਆ। ਪਰ ਸਤਿਗੁਰੂ ਕਹਿੰਦੇ ਮਾਇਆ ਜਿਹੜੀ ਹੈ ਉਹ ਇੰਨੀ ਖਿੱਚ ਕਿਉਂ ਪਾਉਂਦੀ ਹੈ, ਇੰਨਾ ਪ੍ਰਭਾਵ ਕਿਉਂ ਪਾਉਂਦੀ ਹੈ? ਕਿਉਂਕਿ ਇਹ ਮਾਲਕ ਨੇ ਬਣਾਈ ਹੋਈ ਹੈ। ਮਾਲਕ ਤੋਂ ਬਿਨਾਂ ਤਾਂ ਕੋਈ ਇਸ ਨੂੰ ਬਣਾ ਨਹੀਂ ਗਿਆ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋਂ, ਜਿਨ ਮੋਹ ਮੀਠਾ ਲਾਇਆ। ਕਹਿੰਦੇ ਉਸ ਮਾਲਕ ਤੋਂ ਕੁਰਬਾਨ ਜਾਓ ਜਿਹਨੇ ਆ ਮੋਹ ਬਣਾਇਆ ਹੈ, ਨਾ ਕਿ ਮੋਹ ਤੋਂ ਕੁਰਬਾਨ ਜਾਓ। ਮਤਲਬ ਕੀ ਹੈ? ਮੋਹ ਦੇ ਪਿੱਛੇ ਨਾ ਚੱਲੋ, ਵਾਹਿਗੁਰੂ ਦੇ ਪਿੱਛੇ ਚੱਲੋ। ਸੌਖੀ ਜੀ ਉਦਾਹਰਣ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ। ਬਾਬਾ ਕਬੀਰ ਕਹਿੰਦੇ ਨੇ, ਭਾਈ ਤੁਸੀਂ ਕਮਾਈ ਕਰੋ, ਜੰਮ ਕੇ ਕਰੋ, ਜਿੰਨਾ ਕਮਾ ਸਕਦੇ ਜੇ ਓਨਾ ਹੀ ਥੋੜ੍ਹਾ ਹੈ। ਤੁਹਾਨੂੰ ਰੋਕਿਆ ਨਹੀਂ, ਗੁਰੂ ਗ੍ਰੰਥ ਸਾਹਿਬ ਨੇ ਕਿਤੇ ਨਹੀਂ ਰੋਕਿਆ। ਪਰ ਮੈਂ ਬੇਨਤੀ ਕਰ ਦੇਵਾਂ, ਬਾਬਾ ਕਬੀਰ ਕਹਿੰਦੇ ਉਦੋਂ ਰੁਕ ਜਾਣਾ ਚਾਹੀਦਾ ਹੈ ਜਿੱਦਣ ਇਹ ਦੂਜਿਆਂ ਦੀਆਂ ਪਲੇਟਾਂ ਦੇ ਵਿੱਚੋਂ ਰੋਟੀਆਂ ਚੁੱਕਣ ਲੱਗ ਪੈਂਦਾ, ਜਿੱਦਣ ਦੂਜਿਆਂ ਦੀਆਂ ਜੇਬਾਂ ਵੱਲ ਵੇਖਣ ਲੱਗ ਪੈਂਦਾ, ਉਦੋਂ ਫਿਰ ਰੁਕ ਜਾਣਾ ਚਾਹੀਦਾ। ਬੜਾ ਸੌਖਾ ਜਿਹਾ ਸ਼ਬਦ ਹੈ ਨਾ, ਬਹੁ ਪ੍ਰਪੰਚ ਕਰ ਪਰ ਤਨ ਲਿਆਵੇ। ਕਾਹਦੇ ਲਈ? ਬੜੇ ਧੋਖੇ ਕੀਤੇ, ਬੜੀਆਂ ਰਿਸ਼ਵਤਾਂ ਖਾਧੀਆਂ, ਕਾਹਦੇ ਲਈ? ਸੁਤਦਾਰਾ ਪਹਿ ਆਨ ਲੁਟਾਵੇ, ਵੀ ਆਪਣੇ ਬੱਚਿਆਂ ਅਤੇ ਆਪਣੇ ਪਰਿਵਾਰ ਨੂੰ ਸੌਖਾ ਕਰ ਦੇਵਾਂ। ਦੂਜਿਆਂ ਨੂੰ ਨਿਚੋੜ ਲਿਆ ਅਤੇ ਇਹਨਾਂ ਦੇ ਉੱਤੇ ਆ ਕੇ ਸਾਰਾ ਕੁਝ ਸੁੱਟ ਦਿੱਤਾ। ਅਤੇ ਜਿਹੋ ਜਿਹੀਆਂ ਚੀਜ਼ਾਂ ਆਈਆਂ, ਫਿਰ ਉਹੋ ਜਿਹਾ ਘਰ ਦੇ ਉੱਤੇ ਅਸਰ ਹੋ ਗਿਆ। ਹਜ਼ੂਰ ਕਹਿੰਦੇ ਮੋਹ ਦੇ ਵਿੱਚ ਡਿੱਗਣ ਦੀ ਬਜਾਏ ਮਾਲਕ ਦੇ ਅੱਗੇ ਡਿੱਗੋ, ਇਮਾਨਦਾਰੀ ਦੇ ਨਾਲ ਚੱਲੋ। ਕੁਰਬਾਨ ਕੀਤਾ ਤਿਸੈ ਵਿਟੋਂ, ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ, ਚਤੁਰਾਈ ਕਿਨੈ ਨਾ ਪਾਇਆ। ਇਹ ਚੰਚਲ ਮਨ, ਇਹ ਵਾਰ-ਵਾਰ ਦੌੜਦੇ ਮਨ, ਇਸ ਗੱਲ ਨੂੰ ਸਮਝ, ਚਤੁਰਾਈਆਂ ਦੇ ਨਾਲ ਰੱਬ ਨਹੀਂ ਹੈ।
ਚਤੁਰਾਈਆਂ ਦੇ ਵਿੱਚ ਆਨੰਦ ਨਹੀਂ ਹੈ। ਤੁਸੀਂ 2 ਵਾਰ ਕਰ ਵੀ ਲਓਗੇ ਨਾ, ਤੀਸਰੀ ਵਾਰ ਤੁਹਾਡਾ ਮਨ ਹੋਰ ਤੇਜ਼ ਨਿਕਲੇਗਾ, ਹੋਰ ਸ਼ਾਰਪ ਹੋ ਜਾਏਗਾ ਇਸ ਪਾਸੇ, ਤਾਂ ਤੁਹਾਨੂੰ ਖੁਦ ਹੀ ਨਹੀਂ ਟਿਕਣਾ ਪਾਵੇਗਾ। ਔਰ ਜਿੰਨੀਆਂ ਤੁਸੀਂ ਲੋਕਾਂ ਦੇ ਨਾਲ ਚਤੁਰਾਈਆਂ ਕਰੋਗੇ, ਤੁਹਾਨੂੰ ਲੋਕਾਂ ਦੇ ਉੱਤੇ ਯਕੀਨ ਓਨਾ ਹੀ ਘਟ ਜਾਵੇਗਾ। ਆਪਣੀ ਪ੍ਰਤੀਤ ਆਪ ਹੀ ਖੋਵੇ ਬੌਰ ਉਸਕਾ ਵਿਸ਼ਵਾਸ ਨਾ ਹੋਵੇ। ਤੁਸੀਂ ਸਿਰਫ ਸੌਖਾ ਸਮਝ ਲੈਣਾ। ਮੈਂ ਆਖਰੀ ਗੱਲ ਕਹਿ ਕੇ ਸਮਾਪਤੀ ਕਰਾਂਗਾ। ਮੇਰਾ ਪਿੰਡਾਂ ਦੇ ਨਾਲ ਸੰਬੰਧ ਹੈ, ਅਤੇ ਸਾਡੇ ਪਿੰਡਾਂ ਦੇ ਵਿੱਚ ਨਾ ਅਸੀਂ 6-6 ਮਹੀਨੇ ਕਿਸੇ ਦੇ ਪੈਸੇ ਨਾ ਦਈਏ ਅਤੇ ਲੋਕ ਪਰਵਾਹ ਨਹੀਂ ਕਰਦੇ। ਇੱਥੇ ਤੁਸੀਂ ਵੇਖ ਲਓ, ਦੁਕਾਨ ਤੋਂ ਨਹੀਂ ਉਤਰਨ ਦਿੰਦੇ ਬੰਦੇ। ਕਿਉਂ? ਕਿ ਯਕੀਨ ਹੀ ਇੰਨਾ ਹੈ ਵੀ ਇਹਦਾ ਪਤਾ ਨਹੀਂ ਸਵੇਰੇ ਆਉਣਾ ਵੀ ਵਾਪਸ ਕਿ ਨਹੀਂ, ਤੇ ਕਹੀ ਤੇ ਜਾਂਦਾ। ਕਿੰਨੀ ਬੇਵਸਾਈ ਹੋ ਗਈ ਹੈ, ਤੁਸੀਂ ਖੁਦ ਸੋਚ ਕੇ ਵੇਖਿਓ ਭਲਾ। ਇੱਕ ਬੰਦਾ ਖਾਸ ਕਰਕੇ ਸ਼ਹਿਰ ਦੇ ਵਿੱਚ ਦੂਸਰੇ 'ਤੇ ਕਿੰਨਾ ਕੁ ਯਕੀਨ ਕਰਦਾ ਪਿਆ। ਬੰਦੇ ਨੂੰ ਆਪਣੇ ਨੇੜੇ ਦੇ ਗੁਆਂਢੀ 'ਤੇ ਯਕੀਨ ਨਹੀਂ ਹੈਗਾ। ਮੈਂ ਇਹ ਨਹੀਂ ਕਹਿ ਰਿਹਾ ਵੀ ਹੋਣਾ ਨਹੀਂ ਚਾਹੀਦਾ, ਇਹ ਤਾਂ ਹੋਣਾ ਚਾਹੀਦਾ ਸੀ। ਇੱਕ ਜਾਣਾ ਘਰ ਦਾ ਬਾਹਰ ਗਿਆ ਹੋਇਆ ਹੈ, ਕਿਤੇ ਪਿੱਛੇ ਚਲਾ ਗਿਆ ਹੈ, ਬਾਕੀ ਸਾਰੇ ਜਾਣੇ ਉਹਦੀ ਮਦਦ ਕਰਦੇ ਪਏ ਨੇ। ਇੱਥੇ ਵੇਖੋ, ਨੇੜੇ ਜੋ ਮਰਜ਼ੀ ਹੁੰਦਾ ਰਹੇ, ਦੂਜੇ ਦੀ ਮਜ਼ਾਲ ਆਵੇ, ਕਿਤੇ ਦਰਵਾਜ਼ਾ ਵੀ ਖੋਲ੍ਹ ਕੇ ਵੇਖ ਲਵੇ ਵੀ ਕੀ ਹੋ ਰਿਹਾ ਅਤੇ ਕੀ ਨਹੀਂ ਹੋ ਰਿਹਾ। ਇਹ ਕੀ ਹੈ? ਇਹ ਅਸੀਂ ਬੇਵਸਾਈ ਸਿੱਖੀ ਹੈ। ਕਿਉਂ? ਕਿਉਂਕਿ ਸਾਨੂੰ ਇੰਨਾ ਕੁ ਯਕੀਨ ਹੈ ਇੱਕ ਦੂਸਰੇ ਦੇ ਉੱਤੇ। ਮਹਾਰਾਜ ਕਹਿੰਦੇ ਨੇ, ਭਾਈ ਇਸ ਚੀਜ਼ ਨੂੰ ਸਮਝੋ, ਜਿੰਨੀਆਂ ਤੁਸੀਂ ਦੂਸਰਿਆਂ ਦੇ ਪ੍ਰਤੀ ਚਤੁਰਾਈਆਂ ਕਰਦੇ ਜੇ, ਦੁਨੀਆ ਵੀ ਤਾਂ ਫਿਰ ਤੁਹਾਡੇ ਪ੍ਰਤੀ ਉਨੀਆਂ ਚਤੁਰਾਈਆਂ ਕਰਦੀ ਹੈ। ਮੈਨੂੰ ਲੱਗਦਾ ਮੈਂ ਲੋਕਾਂ ਨੂੰ ਠੱਗ ਲਿਆ, ਲੋਕ ਮੈਨੂੰ ਠੱਗੀ ਜਾ ਰਹੇ ਨੇ, ਇੱਕ ਦੂਸਰੇ ਤੋਂ ਦੋਵੇਂ ਠੱਗੇ ਜਾ ਰਹੇ ਹਾਂ, ਅਤੇ ਅਸੀਂ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਚਾਤੁਰ ਅਖਵਾ ਰਹੇ ਹਾਂ, ਦੁਨੀਆ ਦੇ ਵਿੱਚ ਆਪਣੇ ਆਪ ਨੂੰ ਸਿਆਣੇ ਅਖਵਾ ਰਹੇ ਹਾਂ। ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਇਹੀ ਗੱਲ ਕਹੀ ਹੈ, ਭਾਈ ਇਹੋ ਜਿਹੀਆਂ ਚਤਲਾਈਆਂ ਛੱਡ ਕੇ, ਚਲਾਕੀਆਂ ਛੱਡ ਕੇ, ਸਿੱਧੇ ਰਸਤੇ ਦੇ ਉੱਤੇ, ਮਾਸੂਮੀਅਤ ਵਾਲੇ ਰਸਤੇ ਦੇ ਉੱਤੇ ਸੁਭਾਅ ਚੰਗਾ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਕਿ ਆਨੰਦ ਦੇ ਅਸੀਂ ਨੇੜੇ ਹੋ ਸਕੀਏ। ਇਸ ਪੌੜੀ ਦਾ ਪਾਠ ਕਰਕੇ ਫਿਰ ਅਸੀਂ ਸਮਾਪਤੀ ਕਰਾਂਗੇ। ਮੈਂ ਇੱਕੋ ਗੱਲ ਬੇਨਤੀ ਕਰਾਂਗਾ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਕਿਨੈ ਦੇ ਉੱਤੇ ਵਿਸ਼ਰਾਮ ਹੈ, ਕਿਨੈ ਤੂੰ ਇਕੱਠਾ ਪਾਠ ਨਹੀਂ ਹੈ। ਇਸ ਕਰਕੇ ਇਹਨੂੰ ਅਸੀਂ ਇੱਦਾਂ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਆਪ ਜੀ ਨੇ ਨਾਲ ਦੁਹਰਾਉਣਾ ਜੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।